कि 1999 ਵਿੱਚ ਅਕਾਲੀ ਭਾਜਪਾ ਸਰਕਾਰ ਸੀ ਪੰਜਾਬ ਦੇ ਵਿੱਚ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸਰਕਾਰ ਸੀ ਤੇ ਬਹੁਤ ਵੱਡੇ ਵਿਸ਼ਵ ਪੱਧਰ ਤੇ ਕਰੋੜਾਂ ਲੋਕ ਜਿਹੜੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਏ ਸੀ ਆ ਕੇ। ਉਹਨਾਂ ਦਿਨਾਂ ਦੇ ਵਿੱਚ ਪੂਰੇ ਦੇਸ਼ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਰਾਸ਼ਟਰਪਤੀ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ ਕਿ ਸਾਰੇ ਰਾਜਾਂ ਦੇ ਵਿੱਚ ਜਿਹੜਾ ਹੈ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਰਸ਼ਲ ਸਪੋਰਟਸ ਵਾਸਤੇ ਉਹਨਾਂ ਦਾ ਲਗਾਓ ਸੀ ਜਾਂ ਉਹਨੂੰ ਪ੍ਰਮੋਟ ਕੀਤਾ ਉਹਨਾਂ ਨੇ, ਕਿਉਂਕਿ ਜ਼ਰੂਰਤ ਸੀ ਉਸ ਵੇਲੇ ਵੀ ਤੇ ਹੁਣ ਵੀ ਕਿ ਆਪਾਂ ਸਾਰੇ ਜਿਹੜੇ ਆ ਫਿਜ਼ੀਕਲੀ ਜਿਹੜਾ ਵੀ ਫਿਟ ਹੋਇਆ ਕਰੀਏ। ਔਰ ਵੈਸੇ ਵੀ ਉਹਦਾ ਇੱਕ ਖਾਸ ਸਿੰਬਲ ਹੈ ਖਾਲਸੇ ਦਾ, ਉਹਦੇ ਵਾਸਤੇ ਪ੍ਰਮੋਟ ਕਰਨ ਵਾਸਤੇ ਕੀਤੀ ਗਈ ਸੀ। ਔਰ ਦਿੱਲੀ ਸਰਕਾਰ ਨੂੰ ਵੀ ਖਾਸ ਤੌਰ ਤੇ ਉਸ ਵੇਲੇ ਕਿਹਾ ਗਿਆ ਸੀ। ਤੋ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਪੰਜਾਬ ਦੇ ਵਿੱਚ, ਬਲਕਿ ਨੈਸ਼ਨਲ ਲੈਵਲ ਤੇ ਵੀ ਪੂਰੇ ਦੇਸ਼ ਦੇ ਵਿੱਚ, ਜਿਹੜੀ ਕਿ ਅਲੱਗ-ਅਲੱਗ ਜਿਹੜੀਆਂ ਮਾਰਸ਼ਲ ਸਪੋਰਟਸ ਨੇ, ਜਿਹੜੇ ਜਿਸ ਘੋੜਸਵਾਰੀ ਵਗੈਰਾ ਵੀ ਆਉਂਦੀ ਹੈ, ਹੋਰ ਵੀ ਆਉਂਦੀਆਂ ਨੇ ਸਾਰੀਆਂ, ਨੇਜ਼ਾਬਾਜ਼ੀ ਵੀ ਆਉਂਦੀ ਹੈ ਔਰ ਗੱਤਕਾ ਵੀ ਆਉਂਦਾ, ਉਹਦੀ ਪ੍ਰਮੋਸ਼ਨ ਵਾਸਤੇ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਜਿਹੜੀ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਰਿਕਗਨਾਈਜ਼ਡ ਹੈ। ਔਰ ਪੰਜਾਬ ਦੇ ਵਿੱਚ ਜਿਹੜਾ ਗੱਤਕਾ ਹੈ ਇਹਨੂੰ ਇੱਕ ਰਿਕਗਨਾਈਜ਼ਡ ਜਾਂ ਪ੍ਰਮਾਣਿਤ ਕਹਿ ਲਓ, ਮਾਨਤਾ ਪ੍ਰਾਪਤ ਕਹਿ ਲਓ, ਖੇਡ ਦੇ ਤੌਰ ਤੇ ਪ੍ਰਵਾਨਗੀ ਮਿਲੀ ਹੋਈ ਹੈ। ਔਰ ਉਹਦਾ ਫਰਕ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਸਟੂਡੈਂਟਸ, ਗਰਲਸ ਬॉयਜ਼ ਦੋਨੋਂ ਹੀ, ਲੜਕੇ ਲੜਕੀਆਂ ਸਾਰੇ, ਉਹ ਜੇ ਉਸ ਖੇਡ ਵਿੱਚ ਹਿੱਸਾ ਲੈਂਦੇ ਨੇ ਤੇ ਉਹਨਾਂ ਨੂੰ ਉਹਦੀ ਜਿਹੜੀ ਗ੍ਰੇਡੇਸ਼ਨ ਹੁੰਦੀ ਹੈ, ਜਦੋਂ ਉਹਨਾਂ ਨੇ ਕੋਈ ਪ੍ਰੋਫੈਸ਼ਨਲ ਇੰਸਟੀਚਿਊਟਸ ਵਿੱਚ ਜਾਂ ਕਾਲਜਸ ਵਿੱਚ ਜਾਂ ਸਕੂਲਸ ਦੇ ਵਿੱਚ ਐਡਮਿਸ਼ਨ ਲੈਣਾ ਹੁੰਦਾ ਤਾਂ ਉਹਦੇ ਵਿੱਚ ਉਸ ਖੇਡ ਦੇ ਵਿੱਚ ਉਹਨਾਂ ਦੀ ਕੀ ਪਰਫਾਰਮੈਂਸ ਹੈ ਜਾਂ ਕੀ ਉਹਨਾਂ ਦਾ ਮਿਆਰ ਹੈ, ਉਹਦੇ ਆਧਾਰ ਦੇ ਉੱਤੇ ਜਾਂ ਉਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਕਿਹੜੀ ਸਥਾਨ ਪ੍ਰਾਪਤ ਕੀਤਾ ਉਹਦੇ ਆਧਾਰ ਦੇ ਉੱਤੇ ਨੰਬਰ ਮਿਲਦੇ ਨੇ। ਕੁਝ ਪਰਸੈਂਟੇਜ ਹੁੰਦੀ ਹੈ, 3% ਸ਼ਾਇਦ ਹੁੰਦੀ ਹੈ, ਕਿ ਜਿਹਦੇ ਵਿੱਚ ਕਿ ਸਪੋਰਟਸ ਕੋਟਾ ਕਵਰ ਹੁੰਦਾ ਹੈ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹਨਾਂ ਨੂੰ ਆਪਾਂ ਮਾਰਸ਼ਲ ਆਰਟਸ ਮੰਨਦੇ ਹਾਂ, ਜਿਹਦੇ ਵਿੱਚ ਗੱਤਕਾ ਵੀ ਸ਼ਾਮਿਲ ਹੈ, ਉਹਦੇ ਵੀ ਖਿਡਾਰੀ ਜਿਹੜੇ ਨੇ ਉਹਨਾਂ ਨੂੰ ਇਹ ਪੰਜਾਬ ਦੇ ਵਿੱਚ ਇਹ ਸਹੂਲਤ ਦਿੱਤੀ ਗਈ ਹੈ ਕਿ ਉਹਦੇ ਜੇ ਉਹ ਕੰਪੀਟੀਸ਼ਨ 'ਚ ਹਿੱਸਾ ਲੈਂਦੇ ਨੇ, ਉਹ ਜਿਹੜਾ ਸਥਾਨ ਪ੍ਰਾਪਤ ਕਰਦੇ ਨੇ, ਉਹ ਅਲੱਗ-ਅਲੱਗ ਹੁੰਦਾ ਕਿ ਜ਼ਿਲ੍ਹਾ ਪੱਧਰ ਤੇ, ਫਿਰ ਸੂਬਾ ਦੇ ਪੱਧਰ ਦੇ ਉੱਤੇ, ਫਿਰ ਨੈਸ਼ਨਲ ਪੱਧਰ ਦੇ ਉੱਤੇ ਅਲੱਗ-ਅਲੱਗ ਉਹਦੇ ਅੰਕ ਹੁੰਦੇ ਨੇ ਕਿ ਕਿਸ ਲੈਵਲ ਤੇ ਉਹਨੇ ਕੋਈ ਪ੍ਰਾਪਤੀ ਕੀਤੀ ਹੈ। ਤਾਂ ਉਹਦੇ ਬਾਰੇ 'ਚ ਜਿਹੜਾ ਹੈ ਸਾਡੇ ਕਿੱਥੇ ਪੰਜਾਬ ਦੇ ਵਿੱਚ ਵੀ ਐਸੋਸੀਏਸ਼ਨ ਬਣੀ ਹੋਈ ਹੈ ਮਾਰਸ਼ਲ ਆਰਟਸ ਦੀ, ਉਹਦੇ ਵਿੱਚ ਗੱਤਕਾ ਵੀ ਇੱਕ ਇਨਕਲੂਡਡ ਹੈ। ਔਰ ਉਹਨਾਂ ਦੇ ਬੁਲਾਰੇ ਜਿਹੜੇ ਨੇ, ਪ੍ਰਮੁੱਖ ਬੁਲਾਰੇ ਉਹਨਾਂ ਦੇ ਸਰਦਾਰ ਹਰਵਿੰਦਰ ਸਿੰਘ ਜੀ ਇਸ ਵੇਲੇ ਮੇਰੇ ਨਾਲ ਹਾਜ਼ਰ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਔਰ ਇਹਨਾਂ ਦੇ ਹੋਰ ਜੋ ਆਫਿਸ ਬੇਅਰਰਸ ਨੇ, ਜਿਹੜੇ ਕਿ ਇਹਨਾਂ ਦੇ ਐਸੋਸੀਏਸ਼ਨ ਦੇ ਵਿੱਚ ਜਿਹੜੇ ਇਹਨਾਂ ਦੇ ਪ੍ਰਤੀਨਿਧ ਨੇ, ਉਹ ਸਾਰਿਆਂ ਨੇ ਦਿੱਲੀ ਵਿੱਚ ਇਹਨਾਂ ਸਪੋਰਟਸ ਨੂੰ, ਇਹਨਾਂ ਸਾਰੀਆਂ ਸਪੋਰਟਸ ਨੂੰ, ਖਾਸ ਤੌਰ ਤੇ ਗੱਤਕਾ ਨੂੰ ਲਾਗੂ ਕਰਵਾਉਣ ਵਾਸਤੇ, ਕਿ ਉੱਥੇ ਦੇ ਵੀ ਜਿਹੜੇ ਸਟੂਡੈਂਟਸ ਨੇ, ਉੱਥੇ ਪੰਜਾਬੀ ਖਾਸ ਤੌਰ ਤੇ ਬਹੁਤ ਨੇ, ਦਿੱਲੀ ਵਿੱਚ ਸਭ ਤੋਂ ਵੱਧ ਪੰਜਾਬੀ ਜਿਹੜੇ ਪੰਜਾਬ ਤੋਂ ਬਾਅਦ ਦਿੱਲੀ ਵਿੱਚ ਨੇ ਪਰਸੈਂਟੇਜ ਵਾਈਜ਼ ਆਪਾਂ ਦੇਖੀਏ ਜੇ, ਤੇ ਉੱਥੇ ਵੀ ਇਹਨੂੰ ਲਾਗੂ ਕਰਨਾ ਜਿਹੜਾ ਹੈ ਉਹ ਵਾਸਤੇ ਇਹਨਾਂ ਨੇ ਬੇਨਤੀ ਜਿਹੜੀ ਦਿੱਲੀ ਸਰਕਾਰ ਨੂੰ ਕਾਫੀ ਦੇਰ ਤੋਂ ਇਹ ਪਰਸਿਊ ਕਰ ਰਹੇ ਨੇ। ਜਿਹੜੇ ਇਹਨਾਂ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਲਗਭਗ ਜਦੋਂ ਦੇ ਕੇਜਰੀਵਾਲ ਸਾਹਿਬ ਉੱਥੇ ਮੁੱਖ ਮੰਤਰੀ ਬਣੇ ਆ ਉਦੋਂ ਦੀ ਹੀ ਉੱਥੇ ਕੋਸ਼ਿਸ਼ ਚੱਲ ਰਹੀ ਹੈ ਕਿ ਦਿੱਲੀ ਦੇ ਵਿੱਚ ਵੀ ਪੰਜਾਬ ਪੱਧਰ ਦੇ ਉੱਤੇ, ਜਿਵੇਂ ਪੰਜਾਬ ਵਿੱਚ ਹੈ ਉਸੇ ਤਰ੍ਹਾਂ ਉੱਥੇ ਵੀ ਮਾਰਸ਼ਲ ਆਰਟਸ ਨੂੰ ਔਰ ਖਾਸ ਤੌਰ ਤੇ ਗੱਤਕਾ ਨੂੰ ਜਿਹੜੀ ਹੈ ਪ੍ਰਵਾਨਗੀ ਉਹ ਦਿੱਤੀ ਜਾਵੇ, ਤਾਂ ਕਿ ਜਿਹੜੇ ਸਟੂਡੈਂਟ ਸਕੂਲਾਂ ਦੇ, ਕਾਲਜਸ ਦੇ ਨੇ, ਉਹਨਾਂ ਨੂੰ ਵੀ ਉਹੀ ਸਹੂਲਤ ਮਿਲ ਸਕੇ ਵੀ ਜੇ ਉਹਦੇ 'ਚ ਕੋਈ ਉਹ ਮੁਹਾਰਤ ਹਾਸਲ ਕਰਦੇ ਆ ਤਾਂ ਉਹਨਾਂ ਨੂੰ ਅੱਗੇ ਜਿਹੜੇ ਐਡਮਿਸ਼ਨਸ ਲੈਣੇ ਹੁੰਦੇ ਆ ਜਾਂ ਦਾਖਲੇ ਲੈਣੇ ਹੁੰਦੇ ਆ, ਕੋਈ ਮੈਡੀਕਲ ਦੇ ਵਿੱਚ, ਕੋਈ ਇੰਜੀਨੀਅਰਿੰਗ ਦੇ ਵਿੱਚ, ਕੋਈ IT ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਉਹ ਫਾਇਦਾ, ਉਹਦਾ ਲਾਭ ਮਿਲੇ ਜਿਵੇਂ ਕਿ ਪੰਜਾਬ ਦੇ ਸਟੂਡੈਂਟਸ ਨੂੰ ਮਿਲਦਾ। ਉਹਦੀ ਕਹਾਣੀ ਜਿਹੜੀ ਹੈ ਮੈਂ ਬਰੀਫਲੀ ਤੁਹਾਨੂੰ ਦੱਸ ਦਿੰਦਾ ਕੀ ਹੈ ਕਿ ਇਹਨਾਂ ਦੇ ਪ੍ਰਤੀਨਿਧ ਸਰਦਾਰ ਹਰਵਿੰਦਰ ਸਿੰਘ ਨੇ ਇਹ, ਲੇਕਿਨ ਇਹਨਾਂ ਦੇ ਹੋਰ ਪ੍ਰਤੀਨਿਧ ਜਿਹੜੇ ਪ੍ਰਧਾਨ ਸਾਹਿਬ, ਸਕੱਤਰ ਸਾਹਿਬ, ਉਹ ਸਾਰੇ ਭਗਵੰਤ ਮਾਨ ਜੀ ਨੂੰ ਵੀ ਮਿਲੇ ਔਰ ਇਹਨਾਂ ਦੇ ਜਿਹੜੇ ਦਿੱਲੀ ਦੇ ਨੰਬਰ 2 ਗਿਣੇ ਜਾਂਦੇ ਨੇ ਇਸ ਵੇਲੇ, ਮਨੀਸ਼ ਸਿਸੋਦੀਆ ਜੀ, ਉਹਨਾਂ ਨੂੰ ਵੀ ਜਾ ਕੇ ਮਿਲੇ ਔਰ ਕੇਜਰੀਵਾਲ ਸਾਹਿਬ ਤੱਕ ਵੀ ਪਹੁੰਚ ਕੀਤੀ ਕਿ ਤੁਸੀਂ ਇਹ ਕਰੋ। ਇਹ ਦੱਸਦੇ ਨੇ ਕਿ ਜਿੰਨੀ ਵਾਰੀ ਇਹ ਗੱਲ ਹੋਈ ਹੈ, जिमें मिठियाँ गोलियाँ देने दे मार है ही है कि ये तो हमें पहले कर देना चाहिए था, ये तो हमारी सरकार से पहले ही हो जाना चाहिए था, ये तो कितनी अच्छी बात है। ये गल्लां करदियां नूं 7 साल तो वध तां इन्हां नूं हो गए, उन्हां तो अश्योरेंस लैंदियां नूं। फिर ये क्या भगवंत मान जी नूं ये मिले कि देखो तुसीं पंजाब दे हो, तुसीं सिख भी हो, उन्हां सारियां गल्लां तो उपर जिहड़ी गल है वो है कि आपां पंजाबी कल्चर नूं तुसीं रिप्रजेंट करदे हो और गुरु गोबिंद सिंह महाराज का जिहड़ा कल्चर है, जिहड़ा उन्हां दीयां गल्लां ने, उन्हां नूं प्रमोट करने वास्ते जिहड़ा है वो तुसीं वड्डा रोल प्ले करो
ਤੇ ਉਹਨਾਂ ਨੇ ਕਿਹਾ ਇਹ ਤਾਂ ਗੱਲ ਹੀ ਕੋਈ नहीं, केजरीवाल साहब तो खुद चाहते हैं। मेरी गल हुई सी उन्होंने नाल, तो केजरीवाल साहब ने कहा कि भगवंत आप मेरे छोटे भाई हो, आपने अभी तक किया क्यों नहीं, ये मुझे लिख कर देना चाहिए था। तो भगवंत मान ने इन्हों के प्रधान साहब के सामने, उन्होंने नाम है किसी खास वजह करके नहीं लै रहा, उन्होंने सरकारी उन्होंने कोई मजबूरियां ने, तो उन्होंने चिट्ठी भगवंत मान ने कोल बैठ के उन्होंने चिट्ठी लिखवाई और कह के लै समझ लै हो गया। वो तो खुद कह रहे हैं केजरीवाल साहब, तो ये तो हमने पहला करना चाहिए सीगा। तो चिट्ठी लिख दी। इस चिट्ठी लिखी नूं भी कई साल हो गए ने, मैं एग्जैक्ट उसकी डेट भी तुहानूं सारा कुछ दे रहा तुहानूं बाद दे विच। वो चिट्ठी का कोई जवाब नहीं आया और फिर भगवंत मान जी ने कहा भी हो सकता कि वो चिट्ठी पंजाबी च लिखी है, तो इस करके शायद उन्होंने समझ ना आई हो दिल्ली च किसी नूं भी, दिल्ली क्योंकि दिल्ली पंजाबी इन्होंने लगता किसी नूं समझ नहीं आती, तो आप एक अंग्रेजी च भी लिख दईए। तो उन्होंने फिर उन्होंने कहा नहीं अंग्रेजी नहीं, हिंदी च लिखो। वो हिंदी च भी लिखती गई, अंग्रेजी च भी लिखती गई, फिर भेज दी गई, ਉਹਦਾ भी कोई जवाब नहीं आया। इस तरह 7 चिट्ठियां लिखिया गई टोटल, 7 का कोई जवाब नहीं आया अज तक, इस वेले तक, इस मोमेंट तक। और फिर की होया कि भगवंत मान जी नूं ये साडे इन्हां दे प्रधान साहब ते होर सकत्तर इन्हां दे होर ऑफिस बेयर सारे भगवंत मान जी नूं मिलते रहे कि तुसीं करो फाइट जी, देखो गुरु साहिब की गल है, उन्हां दा कल्चर की गल है, उन्हां दा जो सभ्याचार है पंजाब दे विच ओहदी गल है कि तुसी करो। तो भगवंत मान जी नाल उन्हां दी लास्ट गल जिहड़ी है शायद पिछले हफ्ते हुई है, कुछ ऐसे वक्त हुई है जदों भगवंत मान जी उस स्थिति में सीगे, उस अवस्था में सीगे जिहदे लई वो मशहूर ने। तो उन्होंने कहा चक दांगे फट्टे, फिक्र ना करो, गतका तो मैं खेड दांगा जाके उत्थे। तो वो जिहड़ा गतका उन्होंने खेडिया उहदा अजे तक कुछ नहीं पता लग्या कि की खेडिया की नहीं खेडिया। तो उस तो बाद यह है कि इन्हां दे जिहड़े ऑफिस बेयरर्स ने जां इन्हां दे जिहड़े समझ लो कि इन्हां दे जो नुमाइंदे ने वो हुण बार बार भगवंत मान जी नूं लभ रहे हैं। फोन चकने का बंद करता उन्होंने, इन्हों के फोन अटेंड करने बंद करता हुण, मतलब जिद्दां कहंदे हुंदे कि ब्लॉक ही करता एक तरह ना। और कोई इन्हां नाल गल नहीं कर रहे, मिल नहीं रहे। जे इन्होंने बंदे मिलन गए तो उन्होंने बाहरों कह दिता भी नहीं वो बिजी ने, नहीं मिल सकते। दसना मैं ये चाहना कि पंजाब वाल नूं, सिक्खी कल्चर वाल नूं, पंजाबी दे कल्चर वाल नूं, पंजाबी दे सभ्याचार वाल नूं इस पार्टी का। और अखीर दे विच हाँ इंपॉर्टेंट गल जिहड़ी है, अखीर दे विच जिहड़ी आखिरी मीटिंग हुई, मैं पूछा भी आखिरी मीटिंग गलबात की हुई है, तो मैं हुण तुहानूं पंजाबी च लहजे च दस दिना उन्होंने की कहा। वो कहते यार ये थोड़े लाले ना पंजाबी की जो सभ्याचार नूं इसनूं थोड़ा नफरत करते हैं, ये प्रमोट नहीं करना चाहते। मैं चाहना कि ये गल मैं ऑन रिकॉर्ड कह रहा, ये डिनाई करन कि इदां नहीं हुई, तो फिर वो जिहड़े इन्हां दे नुमाइंदे ने वो खुद सामने आउणगे दस्सण लई कि की होया की नहीं होया। ये दस्सण कि की ये सारी गल जिहड़ी है पंजाब दे मार्शल आर्ट्स गुरु गोबिंद सिंह महाराज वाले जिहड़े कि अनंदपुर साहब वो कराया करते सी कॉम्पीटिशनस, उन्हां वास्ते की इन्हां नूं अप्रोच किया गया लिखती तौर पर, निजी तौर पर मिल के सारा कुछ, और की इन्हां नूं वादे किए गए कि नहीं किए गए, जे किए गए तो वो अज तक फुलफिल क्यों नहीं हो रहे, जवाब तक नहीं दिता जा रहा। फुलफिल तो करना बहुत दूर की गल है, मनना तो बहुत दूर की गल है। इन्हां दी गल दा अज तक कोई जवाब नहीं आया किसी सरकारी अफसर वालों, किसी सरकारी वजीर वालों, किसी पार्टी के नुमाइंदे वालों, भगवंत मान जी वालों भी हुण हो गया है कि उन्होंने कहता यार सिर ना खाओ, उन्होंने फोन चकने बंद करता। तो एक तो मैं इन्होंने सवाल करदा कि ये पंजाबी सभ्याचार नाल, और मैं तो कहना नैशनल सभ्याचार है। गुरु गोबिंद सिंह महाराज जिहड़े ने वो नॉट पंजाब के हीरो थोड़े ने, वो तो पूरे ग्लोबल हीरो ने, देश के नहीं पूरी दुनिया के हीरो ने। उन्हों की जी गल जी हर साल कराते सी, जी हर साल उन्होंने गल जी उन्होंने जुड़ी हुई गल है सभ्याचार की, वो प्रति इन्नी नफरत क्यों है कि सालां बद्धी तुसीं जवाब देना भी जरूरी नहीं समझते। और दूसरी गल मैं दसां, इसदा कोई फाइनैंशियल इंप्लीकेशन नहीं होंदी, कोई पैसा नहीं लगता इत्ते, सिर्फ सरकार ने एक चिट्ठी करनी होंदी है कि इस खेड नूं भी जां इस डिसिपलिन नूं भी उस लिस्ट में शामिल कर लिया गया जिहड़ा कि स्पोर्ट्स कोटे दे लई इनू भी रिकगनाइज कर लिया गया, इनू भी मन लिया गया भी ये खिडारी जिहड़े इस खेडों के जो मार्शल आर्ट्स के मार्शल स्पोर्ट्स के जिहड़े हिस्सा लैणगे उन्होंने भी उही सहूलत मिलेगी जिहड़ी कि क्रिकेट के खिडारियों को मिलती है। पंजाब दे विच लागू है, सरदार प्रकाश सिंह बादल होना ने बतौर मुख्य मंत्री वो लागू करता सी, लेकिन दिल्ली दे विच दिल्ली के बंदियां वालों दिल्ली एसोसीएशन बनी हुई है, उन्हां वालों पंजाब की एसोसीएशन बनी हुई है, उन्हां वालों देश की एसोसीएशन बनी हुई है नैशनल एसोसीएशन।
ਆਫ ਮਾਰਸ਼ਲ ਆਰਟਸ ਔਰ ਗੱਤਕਾ ਦੀ ਖਾਸ ਤੌਰ ਤੇ ਉਹਨਾਂ ਵੱਲੋਂ ਬਾਰ-ਬਾਰ ਇਹਨਾਂ ਨੂੰ ਅਪਰੋਚ ਕੀਤਾ ਜਾਂਦਾ ਰਿਹਾ ਔਰ ਹੁਣ ਪ੍ਰਭਾਵ ਇਹ ਦਿੱਤਾ ਗਿਆ ਕਿ ਕੇਜਰੀਵਾਲ ਸਾਹਿਬ ਇਹਨਾਂ ਗੱਲਾਂ ਨੂੰ ਨਫ਼ਰਤ ਕਰਦੇ ਆ। ਤੇ ਮੈਂ ਕਹਿੰਦਾ ਕਿ ਕੇਜਰੀਵਾਲ ਸਾਹਿਬ ਬਲਕਿ ਚੰਗੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਜੀ ਕੌਣ ਹੁੰਦੇ ਨੇ, ਇਲਜ਼ਾਮ ਜਿਹੜਾ ਉਹ ਕੇਜਰੀਵਾਲ ਤੇ ਹੈ ਤੇ ਕੇਜਰੀਵਾਲ ਖੁਦ ਜਵਾਬ ਦੇਵੇ ਇਸ ਗੱਲ ਦਾ। ਜੇ ਨਹੀਂ ਉਹ ਸਮਝਦਾ ਕਿ ਨਹੀਂ ਬਹੁਤ ਜ਼ਿਆਦਾ ਵੱਡਾ ਹੈ ਤੇ ਭਗਵੰਤ ਮਾਨ ਜੀ ਕਿਉਂਕਿ ਪੰਜਾਬ ਦੇ ਨੇ, ਮੈਂ ਉਹਨਾਂ ਨੂੰ ਪੰਜਾਬੀ ਦੇ ਤੌਰ ਦੇ ਉੱਤੇ, ਪੰਜਾਬੀ ਕਲਾਕਾਰ ਦੇ ਤੌਰ ਤੇ ਉਹਨਾਂ ਦਾ ਬਹੁਤ ਸਨਮਾਨ ਕਰਦਾ ਔਰ ਉਹਨਾਂ ਦਾ ਮੈਂ ਫੈਨ ਰਿਹਾ। ਬਲਕਿ ਮੈਂ ਉਹਨਾਂ ਦੇ ਜਿੱਥੇ ਤੱਕ ਕਲਾਕਾਰ ਹੋਣ ਦੀ ਗੱਲ ਹੈ ਮੈਂ ਅੱਜ ਵੀ ਉਹਨਾਂ ਦਾ ਫੈਨ ਹਾਂ। ਲੇਕਿਨ ਜਿਹੜੀਆਂ ਪੋਲੀਟੀਕਲ ਗੱਲਾਂ ਨੇ, ਜਿਹੜੀ ਸੋਚ ਦੀ ਉਹ ਗੱਲ ਕਰਦੇ ਨੇ, ਜਿਹੜੇ ਮਾਡਲ ਦੀ ਗੱਲ ਕਰਦੇ ਨੇ, ਉਸ ਮਾਡਲ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਲਚਰ ਮਨਫੀ ਕਿਉਂ ਹੈ ਇਹਦਾ ਉਹ ਜਵਾਬ ਦੇਣ। ਜੇ ਨਹੀਂ ਹੈ ਤਾਂ ਦੱਸਣ ਕਿ ਅਸੀਂ ਗਲਤ ਕਹਿ ਰਹੇ ਹਾਂ। ਜੇ ਮੇਰੇ ਨਾਲ ਬੈਠੇ ਨੇ ਵੀਰ ਜੀ ਸਰਦਾਰ ਹਰਵਿੰਦਰ ਸਿੰਘ, ਇਹ ਖੁਦ ਗੱਤਕਾ ਦੇ ਜਿਹੜੇ ਨੁਮਾਇੰਦੇ ਵੀ ਨੇ, ਉਹਨਾਂ ਦੇ ਸਪੋਕਸ ਪਰਸਨ ਵੀ ਨੇ। ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਇਹਨਾਂ ਨੂੰ ਮੈਂ ਖਾਸ ਤੌਰ 'ਤੇ ਅੱਜ ਬੇਨਤੀ ਕੀਤੀ ਸੀ ਕਿ ਸਮਾਂ ਕੱਢ ਕੇ ਆਓ ਆਪਾਂ ਸਮੂਹ ਪੰਜਾਬੀਆਂ ਨੂੰ, ਕਿ ਇਹ ਨਾ ਕਿਸੇ ਨੂੰ ਲੱਗੇ ਪਿਤਾ ਜੀ ਸਿਆਸੀ ਗੱਲਾਂ ਹੋ ਰਹੀਆਂ ਨੇ। ਖੇਡ ਦੀ ਗੱਲ ਵੀ ਹੈ, ਮਾਰਸ਼ਲ ਸਪੋਰਟਸ ਦੀ ਗੱਲ ਵੀ ਹੈ, ਮਾਰਸ਼ਲ ਸਪਿਰਿਟ ਦੀ ਗੱਲ ਵੀ ਹੈ, ਜਿਹਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਦਸਮੇਸ਼ ਪਿਤਾ ਨੂੰ ਆਪਾਂ ਜਿਨ੍ਹਾਂ ਦਾ ਨਾਂ ਲੈਂਦੇ ਸਾਡੇ ਅੰਦਰ ਮਾਰਸ਼ਲ ਸਪਿਰਿਟ ਆਉਂਦੀ ਹੈ, ਉਹਨਾਂ ਦੇ ਨਾਲ ਸੰਬੰਧ ਇਸ ਗੱਲ ਦਾ ਸਾਰੀ ਦਾ। ਤੋ ਇੱਕ ਤਾਂ ਮੈਂ ਤੁਹਾਡੇ ਨਾਲ ਬੇਨਤੀ ਇਹ ਕਰਨੀ ਸੀ ਅੱਜ ਸਰ ਜੀ, ਇਹਦੇ ਬਾਰੇ ਮੈਂ ਸਵਾਲ ਲੈ ਲੈਣਾ ਬਾਅਦ ਦੇ ਵਿੱਚ, ਪਰ ਇਹਦੇ ਨਾਲ ਸੰਬੰਧਿਤ ਇੱਕ ਗੱਲ ਹੋਰ ਵੀ ਹੈ ਔਰ ਉਹ ਵੀ ਬਹੁਤ ਅਹਿਮ ਹੈ। ਉਹ ਇਹ ਹੈ ਕਿ ਦਿੱਲੀ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਹੈ, ਸਾਰੀ ਦੇਸ਼ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ, ਇਕੱਲੇ ਇਕੱਲੇ ਦਿੱਲੀ ਦੇ ਵਸਿੰਦੇ ਨੂੰ ਪਤਾ ਕਿ ਦਿੱਲੀ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਪਾਪੂਲੇਸ਼ਨ ਹੈ ਜਾਂ ਉਹਨਾਂ ਦੀ ਜਿਹੜੀ ਆਪਣੀ ਸਮਝ ਲਓ ਕਿ ਆਬਾਦੀ ਹੈ, ਉਹ ਨੰਬਰ 2 ਤੇ ਸਮਝ ਲਓ ਵੱਡੀ ਗਿਣਤੀ ਆਪਾਂ ਗਿਣੀਏ ਤਾਂ ਪੰਜਾਬੀਆਂ ਦੀ ਹੈ। ਔਰ ਉੱਥੇ ਸਰਕਾਰੀ ਤੌਰ ਤੇ ਬਹੁਤ ਸਾਲਾਂ ਤੋਂ, ਬਹੁਤ ਪਹਿਲਾਂ ਤੋਂ, ਕੇਜਰੀਵਾਲ ਸਾਹਿਬ ਦੇ ਇੱਥੇ ਆਉਣ ਤੋਂ ਵੀ ਪਹਿਲਾਂ ਤੋਂ ਪੰਜਾਬੀ ਨੂੰ ਦਿੱਲੀ ਦੇ ਵਿੱਚ ਦੂਜੀ ਭਾਸ਼ਾ ਦਾ, ਦੂਜੀ ਬੋਲੀ ਦਾ, ਸੈਕੰਡ ਲੈਂਗੁਏਜ ਦਾ ਦਰਜਾ ਮਿਲਿਆ ਹੋਇਆ। ਤੋ ਦਿੱਲੀ ਵਿੱਚ ਦੂਜੀ ਭਾਸ਼ਾ ਦੇ ਦਰਜੇ ਦੇ ਮੁਤਾਬਕ ਉਹਦਾ ਜਿਹੜਾ ਹੁੰਦਾ ਹੈ ਕਿ ਜਿੰਨੇ ਟੀਚਰਸ ਰੱਖਣੇ ਆ, ਜਿੰਨੇ ਸਟੂਡੈਂਟਸ ਹੋਣੇ ਚਾਹੀਦੇ ਨੇ, ਉਹ ਸਾਰੀਆਂ ਉਹੀ ਸਹੂਲਤਾਂ ਮਿਲਣੀਆਂ ਹੁੰਦੀਆਂ ਜਿਹੜੀਆਂ ਕਿ ਕਿਸੇ ਵੀ ਸੈਕੰਡ ਲੈਂਗੁਏਜ ਨੂੰ ਕਿਸੇ ਵੀ ਸੂਬੇ ਵਿੱਚ ਦਿੱਤੀਆਂ ਜਾਂਦੀਆਂ ਨੇ। ਤਾਂ ਪੰਜਾਬੀ ਲੈਂਗੁਏਜ ਜਿਹੜੀ ਉੱਥੇ ਸੈਕੰਡ ਲੈਂਗੁਏਜ ਹੈ ਤਾਂ ਉਹਦੇ ਮੁਤਾਬਕ ਪੰਜਾਬੀ ਲੈਂਗੁਏਜ ਨੂੰ ਜੋ ਸਥਾਨ ਮਿਲਣਾ ਚਾਹੀਦਾ ਉਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਕਰ ਕੀ ਰਹੇ ਨੇ। ਔਰ ਇਹਨਾਂ ਦੇ ਆਪਣੇ ਸਰਕਾਰੀ ਕਾਗਜ਼ਾਤ ਜਿਹੜੇ ਨੇ, ਇਹਨਾਂ ਦੇ ਸਰਕਾਰੀ ਹੁਕਮ ਜਿਹੜੇ ਨੇ, ਉਹਨਾਂ ਦੀਆਂ ਕਾਪੀਆਂ ਤੁਹਾਨੂੰ ਮੈਂ ਦੇ ਰਿਹਾ, ਜਿਹਦੇ ਉੱਤੇ ਕਿ ਇਹਨਾਂ ਨੇ ਜੋ ਹੁਕਮ ਕੀਤੇ ਨੇ ਉਹ ਦੱਸਣ ਲੱਗਾ। ਇੱਕ ਇਹਨਾਂ ਨੇ ਉੱਥੇ ਬੋਰਡ ਬਣਿਆ ਹੋਇਆ ਜਿਹੜਾ ਕਿ ਇਹਨਾਂ ਦਾ ਦੱਸਦਾ ਹੈ ਕਿ ਦਿੱਲੀ ਦੇ ਵਿੱਚ ਸਕੂਲਾਂ ਦੇ ਵਿੱਚ ਕਿਹੜੇ ਕਿਹੜੇ ਮਜ਼ਮੂਨ, ਕਿਹੜੇ ਕਿਹੜੇ ਵਿਸ਼ੇ, ਸਬਜੈਕਟਸ ਪੜ੍ਹਾਏ ਜਾਣਗੇ। ਉਹਦੀ ਲਿਸਟ ਜਿਹੜੀ ਹੈ ਉਹ ਇਹਨਾਂ ਨੇ ਜਾਰੀ ਕੀਤੀ ਹੈ। ਔਰ ਉਸ ਲਿਸਟ ਦੇ ਵਿੱਚ ਇਹਨਾਂ ਨੇ ਇਹ ਵੀ ਜਾਰੀ ਕੀਤਾ ਕਿ ਕਿਹੜੇ ਕਿਹੜੇ ਸਬਜੈਕਟ ਦੇ ਲਈ ਕਿਹੜੇ ਕਿਹੜੇ ਐਕਸਪਰਟਸ ਜਿਹੜੇ ਨੇ ਉਹ ਉਹਨਾਂ ਦਾ ਕਰਨਗੇ, ਕਰਿਕੂਲਮ ਤਿਆਰ ਕਰਨਗੇ, ਯਾਨੀ ਕਿ ਉਹਦਾ ਜੋ ਮਜ਼ਮੂਨ ਦਾ ਜੋ ਵੀ ਸਿਲੇਬਸ ਵਗੈਰਾ ਹੁੰਦਾ ਹੈ ਉਹ ਤਿਆਰ ਕਰਨਗੇ। ਉਹ ਪੂਰੇ ਦੀ ਪੂਰੀ ਲਿਸਟ ਹੈ ਜਿਹਦੇ ਵਿੱਚ ਕਿ ਕੇਜਰੀਵਾਲ ਸਾਹਿਬ ਦੇ ਖੁਦ ਬਣਾਈ ਹੋਈ ਕਮੇਟੀ ਹੈ। ਉਹਦੇ ਵਿੱਚ ਸਾਰੇ ਹੀ ਸਬਜੈਕਟਸ ਹੈਗੇ ਨੇ, ਸੰਸਕ੍ਰਿਤ ਵੀ ਹੈ। ਸੰਸਕ੍ਰਿਤ ਦਿੱਲੀ ਵਿੱਚ ਬਹੁਤ, ਸ਼ਾਇਦ ਹੀ ਕੋਈ ਬੋਲਦਾ ਹੋਵੇ, ਮੈਨੂੰ ਨਹੀਂ ਪਤਾ ਕੋਈ ਬੋਲਦਾ, ਜੇ ਕੋਈ ਬੋਲਦਾ ਹੋਵੇ ਤਾਂ ਕੁਝ ਸਮਝਦਾ ਹੋਵੇ, ਮੈਨੂੰ ਨਹੀਂ ਪਤਾ। ਲੇਕਿਨ ਆਪਾਂ ਮੰਨ ਲੈਂਦੇ ਹਾਂ ਸੰਸਕ੍ਰਿਤ ਸਾਡੀ ਪੁਰਾਣੀ ਬੋਲੀ ਹੈ, ਉਹਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ। ਸਾਡੀ ਉਹ ਭਾਸ਼ਾ ਦਾ ਬਹੁਤ ਵੱਡਾ ਸਤਿਕਾਰ ਹੈ। ਇਸ ਮੈਥਮੈਟੀਕਲ ਲੈਂਗੁਏਜ, ਪਰਫੈਕਟ ਲੈਂਗੁਏਜ ਮੰਨਿਆ ਜਾਂਦਾ ਉਹਨੂੰ, ਉਹਦਾ ਬਿਲਕੁਲ ਸਤਿਕਾਰ ਹੋਣਾ ਚਾਹੀਦਾ। ਲੇਕਿਨ ਦਿੱਲੀ ਵਿੱਚ ਸੰਸਕ੍ਰਿਤ ਬੋਲਣ ਵਾਲੇ ਜੇ ਆਪਾਂ ਲੱਭਣੇ ਹੋਣਗੇ ਤਾਂ ਕਿਸੇ ਸੰਸਕ੍ਰਿਤ ਦੀ ਬੋਲੀ ਵਿੱਚ ਜਾ ਕੇ ਤੁਸੀਂ ਦੁਕਾਨ ਤੋਂ ਕੋਈ ਸਮਾਨ ਮੰਗ ਲਓਗੇ ਤਾਂ ਉਹ ਤੁਹਾਡੇ ਮੂੰਹ ਵੱਲ ਦਿਖੇਗਾ। ਲੇਕਿਨ ਪੰਜਾਬੀ ਬੋਲੀ ਵਿੱਚ ਤੁਸੀਂ ਕਿਸੇ ਵੀ ਦਿੱਲੀ ਦੇ ਏਰੀਏ ਵਿੱਚ ਕਿਸੇ ਵੀ ਦੁਕਾਨਦਾਰ ਤੋਂ, ਕਿਸੇ ਵੀ ਰਿਕਸ਼ੇ ਵਾਲੇ ਤੋਂ, ਕਿਸੇ ਵੀ ਟੈਂਪੂ ਵਾਲੇ ਤੋਂ, ਕਿਸੇ ਵੀ 3 ਵੀਲਰ ਤੋਂ ਤੁਸੀਂ ਕਹੋਗੇ ਮੈਂ ਫਲਾਂ ਜਗ੍ਹਾ ਜਾਣਾ, ਪੰਜਾਬੀ 'ਚ ਕਹੋਗੇ ਉਹ ਝੱਟ ਸਮਝ ਜਾਏਗਾ। ਦਿੱਲੀ ਸਾਰਿਆਂ ਨੂੰ ਪਤਾ ਆਪਾਂ ਨੂੰ। ਤੇ ਦਿੱਲੀ ਦੇ ਵਿੱਚ ਇਹਨਾਂ ਨੇ ਉਹਦੀ ਲਿਸਟ ਬਣਾਈ, ਸੰਸਕ੍ਰਿਤ ਵੀ ਹੈ, ਹਿੰਦੀ ਤਾਂ ਚਲੋ ਹੋਣੀ ਚਾਹੀਦੀ ਹੈ, ਨੈਸ਼ਨਲ ਲੈਂਗੁਏਜ ਹੈ, ਇੰਗਲਿਸ਼ ਵੀ ਹੈ, ਪੰਜਾਬੀ ਨਹੀਂ ਹੈ। ਪੰਜਾਬੀ ਨੂੰ ਬਤੌਰ ਸਬਜੈਕਟ ਦਿੱਲੀ ਤੋਂ ਹਟਾਤਾ ਗਿਆ, ਜਿਹੜੀ ਕਿ ਉੱਥੇ ਦੀ ਸੈਕੰਡ ਲੈਂਗੁਏਜ ਹੈ, ਜਿਹੜੀ ਕਿ ਇੱਥੇ ਰੋਜ਼ ਦੱਸਦੇ ਕਿ ਇੰਨੇ ਅਧਿਆਪਕ ਰੱਖ ਲਏ, ਉਹ ਸਿਰਫ ਦਿਖਾਉਣ ਵਾਸਤੇ ਕਿੰਨੇ ਰੱਖ ਲਏ। ਤੁਹਾਨੂੰ ਮੈਂ ਹੋਰ ਦੱਸਾਂ, ਇੱਕ ਉੱਥੇ ਪੰਜਾਬੀ ਅਕੈਡਮੀ ਬਣੀ ਹੋਈ ਹੈ, ਜਿਸ ਤਰ੍ਹਾਂ ਇੱਥੇ ਪੰਜਾਬੀ ਭਾਸ਼ਾ ਦੀ ਅਕੈਡਮੀ ਹੈ। ਅਕਸਰ ਆਪਾਂ ਜਾਣਦੇ ਹਾਂ ਕਿ ਜਿਹੜੀ ਇਹ ਅਕੈਡਮੀਜ਼ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਜਾਂ ਕਾਉਂਸਲਸ ਹੁੰਦੀਆਂ ਨੇ, ਇਹਨਾਂ ਦੇ ਜਿਹੜੇ ਚੇਅਰਪਰਸਨ ਹੁੰਦੇ ਨੇ ਜਾਂ ਚੇਅਰਮੈਨ ਹੁੰਦੇ ਨੇ ਉਹ ਬੜੇ ਨਾਮੀ, ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਸ਼ਿਵ ਬਟਾਲਵੀ ਜਾਂ ਅੱਜ ਕੱਲ੍ਹ ਸੁਰਜੀਤ ਪਾਤਰ ਜਾਂ ਪ੍ਰੋਫੈਸਰ ਮੋਹਨ ਸਿੰਘ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ,
इस कैलिबर के बंदे ਜਾਂ दिल्ली में अमृता प्रीतम जी इस लैवल के बंदे उस कमेटी के चेयरमैन उस अकैडमी के चेयरमैन होंगे ने। दिल्ली में कौन है मैं थोड़ा ये दसना चाहना, दिल्ली में केजरीवाल साहब का खास बंदा उसका नाम है राजेंद्र कुमार। उसकी क्वालिफिकेशन की है कि उन्होंने पंजाबी बोलनी नहीं आती, पंजाबी लिखनी नहीं आती, पंजाबी पढ़नी नहीं आती। उस बंदे नूं पंजाबी अकैडमी का चेयरमैन लाता गया। ਉਹਦਾ पंजाबी राइटिंग नाल, पंजाबी लिखण नाल, पंजाबी शायरी नाल, पंजाबी कहानियां नाल, पंजाबी नावल्स नाल दूर नेड़े का कोई संबंध नहीं है। पंजाब नाल भी कोई दूर नेड़े का संबंध नहीं है। जिस अहुदे उत्ते अमृता प्रीतम जी वर्गे बंदे, सुरजीत पात्र वर्गे बंदे, शिव बटालवी वर्गे बंदे, प्रोफैसर मोहन सिंह, प्रोफैसर पूरन सिंह वर्गे बंदे, इस कैलेवर के बंदे, धनीराम चातरिक जी वर्गे बंदे, राम स्वरूप अणखी वर्गे बंदे, इस तरह के बंदे होने चाहिए और होंदे रहे। उस दे उत्ते जिहड़ा कैशियर कम क्लर्क या क्लर्क कम कैशियर कह लो, एक क्लार्क कम कैशियर, उन्होंने वह चेयरमैन बनाता गया जिहदी इक्को एक क्वालिफिकेशन है कि वह केजरीवाल जी का खास बंदा है और वह पंजाबी नहीं है, उन्होंने पंजाबी नहीं आती, पंजाबी पढ़ता नहीं है, पढ़ नहीं सकता, बोल नहीं सकता, लिख नहीं सकता, उन्होंने बनाता गया चेयरमैन होगा। कि पंजाबी लैंगुएज की इस तो वध कोई जलालत हो सकती है? एडे पंजाब दे विच आके पंजाब तो मौका मंगते हैं, दिल्ली दे विच पंजाबी तो भी मौका खोया। आ तुहानूं दसदा कि पंजाबी अकैडमी जिहड़ी कि इन्नी सत्कारत अकैडमी हुंदी है, उहदे वड्डे वड्डे बंदे जिहड़े ने हुंदे ने, उहदे नुमाइंदे हुंदे ने। और पंजाबी सभ्याचार तो भी खोया। मैं तुहानूं दस के हटिया मार्शल आर्ट्स जिहड़े गुरु गोबिंद सिंह महाराज नाल संबंधित ने, जिस गतका उहदा हिस्सा एक, उह तो भी खोया। तो पंजाबी बोली का तुहानूं दसता कि पंजाबी बोली नूं उह चों मनफी करता गया सबजैक्ट्स विचों। मैं तुहानूं सारे पेपर दे रहा, इन्हां दे सरकार दे हुक्म जिहड़े ने, जिहड़े केजरीवाल साहब दे अपने हुक्म ने, वो मैं तुहानूं सारे डिस्ट्रीब्यूट कर रहा। मैं इन्हां नूं हुण चैलेंज करदा कि पंजाबी बोली बारे, पंजाबी सभ्याचार बारे, गुरु गोबिंद सिंह महाराज दे सभ्याचार बारे, जिहड़ा उन्हां दा नाल संबंधित चीज़ां ने, मार्शल आर्ट्स, मार्शल स्पोर्ट्स जिन्होंने असीं कहने आ, उन्हां बारे इन्नी नफरत क्यों आ? और जे तुसीं समझदे हो कि असीं गलत कह रहे हैं तो इन्हां दा कोई बंदा, कल तो मैं कहंदा सी कोई भी आ जाए, पर मैं समझदा ये गल हुण इन्नी गंभीर हो गई है कि भगवंत मान जिन्हां दा मैं अज भी फैन हाँ बतौर आर्टिस्ट, उन्होंने चाहिए कि जे मैं गलत कह रहा तो वह मैनू वंगारन, श्रोमणी अकाली दल के रिप्रजेंटेटिव के तौर के उत्ते मैनू ललकारन, जिथे वो कह जगह उन्होंने होएगी, स्थान उन्हों का होएगा, समा उन्हों का होएगा, बंदे उन्होंने होणगे, जिहड़े बंदे उन्होंने भीड़ इकट्ठी करनी वो भी कर लैण। उन्होंने सामने मैं उन्होंने ललकारदा कि इन्हां गल्लां उत्ते आके वो मेरे नाल सामने बहस करन ते दस्सण कि इन्हां गल्लां दे पिछे, और ये भी दस्सण कि जिहड़ा ये हरविंदर सिंह होनी उन्होंने नुमाइंदे ने, उन्होंने स्पोक्स परसन ने, जिहड़ा गतका एसोसीएशन नाल झूठ बोलते रहे हो तुसीं लगातार सालों तो, ਉਹਦੀ की वजह है? और तुसीं इन्हां दी बेनती बार बार लिखती तौर पर लैन तो बाद सालों तो अज तक मंजूर क्यों नहीं की, जबकि ये एक नवा पैसा नहीं लगना। इस बेनती को मंजूर करने च एक नवा पैसा नहीं लगना, सिर्फ एक हुक्म चाहिए है कि हाँ असीं भी वो गुरु गोबिंद सिंह महाराज दियां मार्शल स्पोर्ट्स नूं जिहड़ा हैगा वो असीं मानता दिन्ने आ। सिर्फ एक हुक्म जारी करना कि इन्हां दी मानता दिन्ने आ। उहदा नाल ये होएगा कि जिहड़े मैं रिपीट कर रहा कि जिहड़े बंदे मार्शल आर्ट्स या मार्शल स्पोर्ट्स विच हिस्सा लैंदे आ, उन्हां नूं भी उही सहूलत मिल जाएगी जिहड़ी कि विराट कोहली नूं मिलदी है, जिहड़ी कि महेंद्र सिंह धोनी नूं मिलदी है, जिहड़ी कि होर साडे जिहड़े बंदे वड्डे वड्डे क्रिकेट के स्टार्स ने जां हॉकी के स्टार्स ने जां होर खेडां के स्टार्स ने, जिन्हां नूं स्टार्स ने, उन्हां नूं सारिआं नूं ओह जिहड़ी मिलदी है वो इन्हां नूं भी मिल जाएगी। पर इन्हां नूं देण विच की इन्नी नफरत क्यों आ, जबकि तुहाडा कि नवा पैसा भी नहीं लगना, एक सिर्फ हुक्म कड्ढना, एक सिर्फ दस्तखत करने कि इन्हां नूं रिकगनाइज कर लिया गया। और तुहानूं मैं होर दस्सां जिहड़ी पंजाबी अकैडमी जिहदे कि बंदे पंजाबी टीचिंग वास्ते तुहानूं होर दस्सण लगा कि जिहड़ी वो पंजाबी अकैडमी दे विच कच्चे इंपलॉय रखे हुए ने, कच्चे, ये कहंदे ने इत्थे आके कहंदे जी कंट्रैक्चुअल इंपलॉय नूं पक्के कर दांगे, वो सड़कां ते धरने ला के बैठे ने, कच्चे रखे हुए ने, उन्होंने आउटसोर्स कहने ना आपां,
ਉਹ ਆਊਟਸੋਰਸ ਦੇ ਤੌਰ ਤੇ ਉਹਨਾਂ ਨੂੰ ਕਹਿੰਦੇ ਆਓ ਤੁਸੀਂ ਸਕੂਲਾਂ 'ਚ ਪੜ੍ਹਾਓ। ਕੁਛ ਤਾਂ ਪੱਕੇ ਜਿਹੜੇ ਪੁਰਾਣੇ ਚਲੇ ਆ ਰਹੇ ਆ, ਕੁਛ ਜਿਹੜੀਆਂ। ਔਰ ਦੂਜੀ ਗੱਲ, ਸੰਸਕ੍ਰਿਤ ਦੇ ਟੀਚਰਸ ਉੱਥੇ ਕਿੰਨੇ ਨੇ? 2200 ਦਿੱਲੀ ਦੇ ਵਿੱਚ। ਔਰ ਜਿਹੜੇ ਇਹਨਾਂ ਨੇ ਰੱਖੇ ਨੇ ਕੁੱਲ ਮਿਲਾ ਕੇ ਉਹ ਪੰਜਾਬੀ ਦੇ ਜਿਹੜੀਆਂ ਕਿ ਪੋਸਟ ਹੈਗੀਆਂ ਲਗਭਗ ਮੇਰਾ ਖਿਆਲ 3000 ਤੋਂ ਉੱਪਰ, ਜਿਹੜੀਆਂ ਵੈਸੇ ਵੀ ਸੰਸਕ੍ਰਿਤ ਤੋਂ ਤਾਂ 10 ਗੁਣਾ ਵੱਧ ਹੋਣੀਆਂ ਚਾਹੀਦੀਆਂ ਨੇ। ਮੈਂ ਇਹ ਨਹੀਂ ਕਹਿੰਦਾ ਸੰਸਕ੍ਰਿਤ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਮੈਂ ਕਿਹਾ ਚਲੋ ਸੰਸਕ੍ਰਿਤ ਦੀਆਂ ਵੀ 10 ਗੁਣਾ ਕਰ ਦਿਓ, ਲੇਕਿਨ ਪੰਜਾਬੀ ਦੀਆਂ ਕਿਉਂ ਨਹੀਂ? ਉਹਦੀਆਂ ਨੇ 700। ਸੰਸਕ੍ਰਿਤ ਜਿਹੜੀ ਕਿ ਉੱਥੇ ਬੋਲੀ ਨਹੀਂ ਜਾਂਦੀ, ਉਹਦੀਆਂ ਨੇ 2200। ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਕੀ ਹੋ ਰਿਹਾ ਔਰ ਕਿਉਂ ਹੋ ਰਿਹਾ? ਕੀ ਕਿਸੇ ਨੂੰ ਇਸ ਗੱਲ ਬਾਰੇ ਸ਼ੱਕ ਹੈ ਕਿ ਦਿੱਲੀ ਦੇ ਵਿੱਚ ਘੱਟ ਤੋਂ ਘੱਟ ਪੰਜਾਬੀ ਬੋਲੀ ਜਿਹੜੀ ਘੱਟ ਤੋਂ ਘੱਟ ਸੰਸਕ੍ਰਿਤ ਦੇ ਬਰਾਬਰ ਬੋਲੀ ਜਾਂਦੀ ਹੋਏਗੀ? ਅਬਲ ਤਾਂ ਮੈਨੂੰ ਤਾਂ ਕੋਈ ਦਿੱਲੀ 'ਚ ਐਸਾ ਬੰਦਾ ਨਹੀਂ ਟੱਕਰਿਆ ਅੱਜ ਤੱਕ। ਮੈਂ ਦਿੱਲੀ ਨੂੰ ਚੰਗੀ ਤਰ੍ਹਾਂ ਜਾਣਦਾ, ਮੇਰੇ ਰਿਸ਼ਤੇਦਾਰ ਉੱਥੇ, ਮੇਰੇ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰ ਵੀ ਉੱਥੇ, ਦੋਸਤ ਮਿੱਤਰ ਵੀ ਉੱਥੇ। ਮੈਨੂੰ ਤਾਂ ਕੋਈ ਇੱਦਾਂ ਦਾ ਬੰਦਾ ਨਹੀਂ ਟੱਕਰਿਆ ਜਿਹੜਾ ਮੈਨੂੰ ਇਹ ਕਹੇ ਕਿ ਮੇਰੇ ਨਾਲ ਸੰਸਕ੍ਰਿਤ 'ਚ ਗੱਲ ਕਰ। ਕੋਈ ਇੱਦਾਂ ਦਾ ਨਹੀਂ ਟੱਕਰਿਆ ਜਿਹੜਾ ਜਿੰਨਾ ਮੈਂ ਪੰਜਾਬੀ 'ਚ ਗੱਲ ਕਰਾਂ ਉਹਨੂੰ ਪੰਜਾਬੀ ਆਉਂਦੀ ਹੋਵੇ ਜਾਂ ਨਾ ਆਉਂਦੀ ਹੋਵੇ, ਪਰ ਉਹ ਸਮਝੇ ਨਾ। ਜਦ ਤੁਸੀਂ ਕਿਸੇ 3 ਵੀਲਰ ਵਾਲੇ ਨੂੰ ਵੀ ਕਹੋ ਕਿ ਪੰਜਾਬੀ 'ਚ ਕਿੱਥੇ ਜਗ੍ਹਾ ਜਾਣਾ, ਉਹ ਬੜੇ ਆਰਾਮ ਦੇ ਨਾਲ ਤੁਹਾਨੂੰ ਪਿਆਰ ਨਾਲ ਜਵਾਬ ਦਿੰਦੇ ਆ ਔਰ ਤੁਹਾਡੀ ਗੱਲ ਕਰਦੇ ਆ। ਲੇਕਿਨ ਮੈਂ ਕਹਿੰਦਾ ਸੰਸਕ੍ਰਿਤ ਦਾ ਤੁਸੀਂ ਕੀਤਾ, ਬਹੁਤ ਚੰਗਾ ਕੀਤਾ, ਲੇਕਿਨ ਪੰਜਾਬੀ ਦਾ ਕਿਉਂ ਨਹੀਂ ਕੀਤਾ? ਇਹਦਾ ਜਵਾਬ ਮੈਂ ਇਹਨਾਂ ਤੋਂ ਮੰਗਦਾ। ਔਰ ਹੋਰ ਤੁਹਾਨੂੰ ਦੱਸਾਂ, ਜਿਹੜੇ ਉਹਦੇ 'ਚ ਬੰਦੇ ਰੱਖੇ ਹੋਏ ਨੇ ਇਹਨਾਂ ਨੇ ਪੰਜਾਬੀ ਅਕੈਡਮੀ ਦੇ ਵਿੱਚ, ਮੇਰਾ ਖਿਆਲ ਹਿੰਦੁਸਤਾਨ 'ਚ ਕਿਤੇ ਇੱਦਾਂ ਨਹੀਂ ਹੁੰਦੀ ਕਿ ਜਿਹੜੇ ਉੱਥੇ ਇੰਪਲੋਈਜ਼ ਨੇ, ਜਿਹੜੇ ਉਹਨਾਂ ਟੀਚਰ ਜਿਹਨਾਂ ਟੀਚਰ ਤੌਰ 'ਤੇ ਆਊਟਸੋਰਸ ਕੀਤੇ ਹੋਏ ਨੇ, ਉਹਨਾਂ ਨੂੰ ਸ਼ਨੀਵਾਰ ਐਤਵਾਰ ਦੀ ਤਨਖਾਹ ਨਹੀਂ ਦਿੱਤੀ ਜਾਂਦੀ। ਜਿੰਨੇ ਘੰਟੇ ਉਹ ਕੰਮ ਕਰਨ ਉਨੀ ਤਨਖਾਹ ਦਿੱਤੀ ਜਾਂਦੀ ਹੈ। ਇੱਥੇ ਤਾਂ ਕੰਟਰੈਕਚੁਅਲ ਇੰਪਲੋਈਜ਼ ਨੂੰ ਵੀ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ, ਚਾਹੇ ਉਹ ਛੁੱਟੀ ਹੋਵੇ ਛੁੱਟੀ ਨਾ ਹੋਵੇ, ਐਤਵਾਰ ਸ਼ਨੀਚਰਵਾਰ ਕੋਈ ਨਹੀਂ ਗਿਣਦਾ, ਲੇਕਿਨ ਉੱਥੇ ਗਿਣਿਆ ਜਾਂਦਾ ਔਰ ਸਿਰਫ ਪੰਜਾਬੀ ਵਾਸਤੇ ਗਿਣਿਆ ਜਾਂਦਾ। ਮੇਰਾ ਕੇਜਰੀਵਾਲ ਸਾਹਿਬ ਨਾਲ ਕੋਈ ਗਿਲਾ ਨਹੀਂ ਹੈ ਕਿਉਂਕਿ ਉਹ ਪੰਜਾਬੀ ਨਹੀਂ ਹੈਗੇ। ਉਹਨਾਂ ਦਾ ਪੰਜਾਬੀ ਨਾਲ ਨਾ ਕੋਈ ਮੋਹ ਹੋ ਸਕਦਾ, ਨਾ ਮੈਨੂੰ ਕੋਈ ਗਿਲਾ ਹੋ ਸਕਦਾ। ਮੇਰੇ ਸਾਰੇ ਸਵਾਲ ਭਗਵੰਤ ਮਾਨ ਨੂੰ ਆ, ਜਿਹੜਾ ਕਿ ਉਹ ਕਹਿੰਦੇ ਆ ਵੀ 21 ਲੱਖ ਪੰਜਾਬੀਆਂ ਨੇ ਉਹਨੂੰ ਪਤਾ ਨਹੀਂ ਕੀ ਕਿੰਨਿਆਂ ਨੇ ਕੇਜਰੀਵਾਲ ਨੂੰ ਰਿਜੈਕਟ ਕੀਤਾ, ਚੀਮਾ ਹਰਪਾਲ ਸਿੰਘ ਚੀਮਾ ਨੂੰ ਰਿਜੈਕਟ ਕੀਤਾ, ਉਹ ਅਮਨ ਅਰੋੜਾ ਵਗੈਰਾ ਉਹਨਾਂ ਨੂੰ ਸਾਰਿਆਂ ਨੂੰ ਰਿਜੈਕਟ ਕੀਤਾ, ਹੋਰ ਸਾਰੇ ਨੂੰ ਰਿਜੈਕਟ ਕੀਤਾ। ਤੇ ਉਹ ਕਹਿੰਦੇ ਵੀ ਭਗਵੰਤ ਮਾਨ ਉਹਨਾਂ ਨੂੰ ਕਹਿੰਦਾ। ਤੇ ਇਸ ਕਰਕੇ ਮੇਰਾ ਸਵਾਲ ਭਗਵੰਤ ਮਾਨ ਜੀ ਨੂੰ ਆ ਵੀ ਆਹ ਜੋ ਸਾਰਾ ਕੁਛ ਹੋ ਰਿਹਾ ਪੰਜਾਬੀ ਲੈਂਗੁਏਜ ਬਾਰੇ, ਪੰਜਾਬੀ ਬੋਲੀ ਬਾਰੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਮਾਰਸ਼ਲ ਆਰਟਸ ਬਾਰੇ, ਇਹਦੇ ਉੱਤੇ ਭਗਵੰਤ ਮਾਨ ਜੀ ਦਾ ਕੀ ਸਟੈਂਡ ਆ ਔਰ ਉਹ ਇਸ ਇਸ਼ੂ ਨੂੰ ਕੇਜਰੀਵਾਲ ਨਾਲ ਕਿਉਂ ਨਹੀਂ ਉਠਾਇਆ ਉਹਨਾਂ ਨੇ, ਔਰ ਜੇ ਉਠਾਇਆ ਤਾਂ ਕੇਜਰੀਵਾਲ ਦਾ ਜਵਾਬ ਕੀ ਸੀਗਾ? ਇਹ ਮੇਰਾ ਭਗਵੰਤ ਮਾਨ ਜੀ ਨੂੰ ਚੈਲੰਜ ਹੈ। ਆਪਣੀ ਜਗ੍ਹਾ ਚੁਣਨ, ਆਪਣਾ ਸਥਾਨ, ਸਮਾਂ, ਸੰਗਠਨ ਔਰ ਭੀੜ ਆਪਣੀ ਬੁਲਾਉਣ, ਮੈਂ ਉੱਥੇ ਆਊਂਗਾ, ਆਹੀ ਸਾਰਾ ਕੁਝ ਲੈ ਕੇ ਆਊਂਗਾ ਤੁਹਾਡੀ ਸਰਕਾਰ ਦਾ ਪਲੰਦਾ, ਔਰ ਮੈਂ ਤੁਸੀਂ ਲੋਕਾਂ ਦੇ ਸਾਹਮਣੇ ਜਵਾਬ ਦਿਓ, ਤੁਹਾਡੇ ਲੋਕਾਂ ਦੇ ਸਾਹਮਣੇ। ਥੈਂਕ ਯੂ ਸੋ ਮਚ। ਐਨੀ ਕੁਐਸਚਨਸ ਪਲੀਜ਼? ਮੇਰੇ ਖਿਆਲ 'ਚ ਉਹ ਇਹ ਦੱਸਣ ਕਿ ਜੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਲਚਰ ਨੂੰ ਨਫ਼ਰਤ ਨਹੀਂ ਕਰਦੇ ਤਾਂ ਜਿਸ ਚੀਜ਼ ਤੇ ਇੱਕ ਨਵਾਂ ਪੈਸਾ ਨਹੀਂ ਲੱਗਣਾ, ਸਿਰਫ ਇੱਕ ਹੁਕਮ ਹੋਣਾ, ਉਹਨੂੰ ਬਾਰ-ਬਾਰ ਚਿੱਠੀਆਂ ਲਿਖਾ ਕੇ ਇਹਨਾਂ ਦੀ ਸੰਸਥਾ ਨੂੰ ਜਲੀਲ ਕਰਕੇ ਉਹ ਸਾਰੇ ਪੰਜਾਬੀ ਨੇ ਜਿਹੜੇ ਕੁਦਰਤੀ ਗੱਲ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਮਾਰਸ਼ਲ ਆਰਟਸ ਦੇ ਨਾਲ ਪ੍ਰਮੋਸ਼ਨ ਦੀ ਗੱਲ ਸ਼ੁਰੂ ਹੋਈ ਹੋਏਗੀ, ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ, ਤੇ ਉਹ ਪੰਜਾਬੀ ਉਹ 'ਚ ਜ਼ਿਆਦਾ ਹੋਣਗੇ। ਤੇ ਲੇਕਿਨ ਇਸ ਵੇਲੇ ਕਿਸੇ ਵੀ ਹੋ ਸਕਦੇ, ਲੇਕਿਨ ਪੰਜਾਬੀ ਜਿਹੜਾ ਪੰਜਾਬੀ ਐਸੋਸੀਏਸ਼ਨ ਆ ਉਹ ਤਾਂ ਸਾਰੇ ਪੰਜਾਬੀ ਹੋਣਗੇ। ਤੇ ਇਹਨਾਂ ਨੇ ਬਾਰ-ਬਾਰ ਦਿੱਲੀ ਧੱਕੇ ਖਾਧੇ ਨੇ, ਮਨੀਸ਼ ਸਿਸੋਦੀਆ ਨੂੰ ਮਿਲੇ ਨੇ, ਕੇਜਰੀਵਾਲ ਨਾਲ ਗੱਲ ਕੀਤੀ ਹੈ, ਭਗਵੰਤ ਮਾਨ ਨਾਲ ਤਾਂ ਪਤਾ ਨਹੀਂ ਕਿੰਨੀ ਵਾਰੀ ਕਰ ਲਈ ਹੈ। और इन्होंने जो मीठिया मीठिया गल्लां, आप तो हमारे छोटे भाई हैं, आप तो ये देखिए, ये तो बात होनी नहीं चाहिए थी, अब तक हो जानी चाहिए थी, ये कांग्रेस वालों ने क्यों नहीं की? मैं कांग्रेस की गल नहीं कर रहा, कांग्रेस ने की किया कि नहीं किया जवाब कांग्रेस वाले देन, पर जिहड़े अजकल रोज़ ये कह रहे हैं, मैं कह रहा कि जिहड़ी आम आदमी पार्टी है पंजाबी नूं, पंजाबी सभ्याचार नूं और खालसा पंथ के सभ्याचार नूं नफरत करदी है। उहदा सबूत आ सामने इन्हां दीयां अपणियां लिखतां ने, नहीं तो ये दस देण कि पंजाबी अकैडमी का चेयरमैन किसी पंजाबी लेखक नूं, किसी पंजाबी शायर, किसी भी होर तरह नाल कोई पत्रकार, पंजाबी का कोई पत्रकार उन्होंने बनाओ, कोई नामी बंदा, अमृता प्रीतम जी वर्गे बंदे उत्थे रहे ने जिहड़े इन्हां नाल संबंधित रहे ने। अज उन्हें कौन ने एक क्लार्क कम कैशियर तो शुरू होया सी, फिर जूनीयर अकाउंटेंट कुछ इदां दी पोस्ट अजकल है, वो बंदे नूं जिहड़ा कि जिन्हों कि पंजाबी आंदी नहीं और उहदा पंजाबी लिखत नाल कोई संबंध नहीं, पंजाबी साहित्य नाल उहदा कोई संबंध नहीं, उस बंदे नूं चेयरमैन बनाया। दा मतलब की है,
ਇਹਦਾ ਮਤਲਬ ਸਮਝੋ ਕੀ ਹੈ। ਇਹਦਾ ਮਤਲਬ ਇਹ ਹੈ ਕਿ ਦਿੱਲੀ ਵਿੱਚ ਜੋ ਵੀ ਪੰਜਾਬੀ ਦੇ ਵੱਡੇ ਨਾਮੀ ਲਿਖਾਰੀ, ਖੁਸ਼ਵੰਤ ਸਿੰਘ ਵੀ ਉਹਨਾਂ ਵਿੱਚੋਂ ਸੀਗੇ, ਉਹ ਸਾਰੇ ਇਸ ਬੰਦੇ ਦੇ ਥੱਲੇ ਬੈਠਿਆ ਕਰਨਗੇ ਆ ਕੇ, ਜਿਹੜਾ ਉੱਥੇ ਮਤਲਬ ਜਿਹੜਾ ਕਿ ਜਿਹਨੂੰ ਪੰਜਾਬੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਬੋਲਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ। ਇਹ ਇਦਾਂ ਕਿਉਂ ਕੀਤਾ ਜਾ ਰਿਹਾ? ਪੰਜਾਬੀ ਲੇਖਕਾਂ ਨੂੰ, ਪੰਜਾਬੀ ਸੱਭਿਆਚਾਰ ਨੂੰ, ਸਾਹਿਤ ਨੂੰ ਕਿਉਂ ਦਲੀਲ ਕੀਤਾ ਜਾ ਰਿਹਾ? ਇਸ ਗੱਲ ਦਾ ਜਵਾਬ ਦੇਣ। ਜੇ ਨਫ਼ਰਤ ਨਹੀਂ ਹੈ ਤਾਂ ਫਿਰ ਇਹ ਕੀ ਹੈ? ਫਿਰ ਅੱਛਾ, ਇਹ ਕਹਿ ਸਕਦੇ ਸੀ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ, ਪੈਸਾ ਨਵਾਂ ਨਹੀਂ ਲੱਗਣਾ, ਇੱਥੇ ਸਿਰਫ ਇੱਕ ਆਰਡਰ ਚਾਹੀਦਾ ਜੀ। ਸਰ ਹਰਵਿੰਦਰ ਸਿੰਘ काफ़ी बार गलबात हो चुकी है, पर लिखती चिट्ठियाँ भेजी जा रही हैं। 4 साल तो लगातार चिट्ठियाँ भेजी जा रही हैं। हाँ जी, 4 साल तो लगातार चिट्ठियाँ भेजी जा रही हैं, पर उन्होंने चिट्ठियाँ का कोई भी जवाब नहीं आता। ਜਾਂ ਤਾਂ ਸਾਫ਼ ਲਿਖ ਕੇ ਕਹਿ ਦਿੰਦੇ ਕਿ ਹਾਂ ਅਸੀਂ ਨਹੀਂ ਕਰ ਸਕਦੇ। ਹੁਣ ਇਹਦਾ ਪੈਸਾ ਵੀ ਕੋਈ ਨਹੀਂ ਲੱਗਦਾ, ਸਮਾਂ ਵੀ ਕੋਈ ਜ਼ਿਆਦਾ ਨਹੀਂ ਲੱਗਦਾ। ਇੱਕ ਦਿਨ ਦੀ ਗੱਲ ਹੈ, ਸਾਈਨ ਕਰਕੇ ਇੱਕ ਲੈਟਰ ਇਸ਼ੂ ਕਰ ਦੇਣਾ, ਉਹਦੇ ਵਿੱਚ ਕੀ ਹੈ, ਗੱਤਕੇ ਦੀ ਮਾਨਤਾ ਹੋ ਜਾਏਗੀ। ਪਰ ਇਹ ਗੱਤਕੇ ਨੂੰ ਮਾਨਤਾ ਕਿਉਂ ਨਹੀਂ ਦੇ ਰਹੇ? ਇਹਦਾ ਕਾਰਨ ਦੱਸਣ ਵੀ ਕਿਉਂ ਮਾਨਤਾ ਨਹੀਂ ਦਿੱਤੀ ਜਾ ਰਹੀ। 4 ਸਾਲ ਤੋਂ ਬਾਰ-ਬਾਰ ਚਿੱਠੀਆਂ ਭੇਜਦੇ ਆ, ਕੋਈ ਆਊਟਪੁੱਟ ਨਹੀਂ ਆ ਰਹੀ, ਕੋਈ ਜਵਾਬ ਨਹੀਂ ਵਾਪਸ ਦਿੱਤਾ ਜਾ ਰਿਹਾ। ਇਹਦਾ ਕਾਰਨ ਪਤਾ ਲੱਗਣਾ ਚਾਹੀਦਾ। ਮਨੀਸ਼ ਸਿਸੋਦੀਆ ਜੀ ਨਾਲ ਵੀ ਮੀਟਿੰਗ ਹੋਈ ਹੈ ਜੀ, ਤੇ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋਈ ਹੈ, ਤੇ ਜਿਹੜੇ ਪੰਜਾਬ ਦੇ ਜਰਨੈਲ ਸਿੰਘ ਪੰਜਾਬ ਦੇ ਮੁੱਦਿਆਂ ਦੇ ਇੰਚਾਰਜ, ਉਹਨਾਂ ਨਾਲ ਵੀ ਮੀਟਿੰਗ ਹੋਈ ਹੈ। ਉਹਨਾਂ ਨੂੰ ਵੀ ਚਿੱਠੀਆਂ ਦਿੱਤੀਆਂ ਗਈਆਂ ਨੇ, ਪਰ ਉਹਨਾਂ ਨੇ ਅਜੇ ਤੱਕ ਕੋਈ ਵੀ ਹੱਲ ਦਾ ਨਹੀਂ ਕੀਤਾ। ਹਾਂ, ਇੰਨਾ ਅਸਰ ਜ਼ਰੂਰ ਹੋਇਆ ਕਿ ਆਪਾਂ ਜਿਹੜੀ ਤੁਹਾਡੇ ਵੀਰਾਂ ਦੇ ਕਰਕੇ ਜਾਂ ਆਪਣੀਆਂ ਬੀਬੀਆਂ ਬੱਚੀਆਂ ਕਰਕੇ, ਕਿ ਜਿਹੜਾ ਆਪਾਂ ਰੋਜ਼ ਮੈਂ ਸਵਾਲ ਕਰਦਾ ਸੀ, ਉਹ ਦਿੱਲੀ ਦਾ ਮੁੰਡੂ ਜਾਂ ਤੁਰਿਆ ਫਿਰਦਾ ਜਿਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਤੇ ਜਰਨੈਲ ਸਿੰਘ ਕਿੱਥੇ ਹੈ? ਤੇ ਅੱਜ ਉਹਦਾ ਇਨਕਲਾਬ ਹੋਇਆ ਜਰਨੈਲ ਸਿੰਘ ਨੂੰ। ਜਰਨੈਲ ਸਿੰਘ ਨੂੰ ਚਾਹੀਦਾ ਮੈਨੂੰ ਥੈਂਕਸ ਕਹਿ ਦੇਣ ਕਿ ਅੱਜ ਜਰਨੈਲ ਸਿੰਘ ਜੀ ਨੂੰ ਭੋਰੇ ਚੋਂ ਕੱਢ ਲਿਆ ਬਾਹਰ। ਅੱਜ ਜਰਨੈਲ ਸਿੰਘ ਜੀ ਟੀਵੀ ਤੇ ਦੇਖੇ ਨੇ ਮੁੱਦਤਾਂ ਬਾਅਦ। ਮੈਂ ਤਾਂ ਸੱਚੀ ਤੁਹਾਨੂੰ ਦੱਸਾਂ, ਮੈਨੂੰ ਤਾਂ ਦਿਮਾਗ ਚੋਂ ਸ਼ਕਲ ਨਿਕਲ ਚੁੱਕੀ ਸੀ, ਜਿੱਦਾਂ ਹਰਪਾਲ ਚੀਮਾ ਜੀ ਸਾਰੇ ਪੰਜਾਬੀਆਂ ਦੇ ਮਨਾਂ ਚੋਂ ਸ਼ਕਲ ਨਿਕਲ ਚੁੱਕੀ। ਉਹ ਸਾਹਮਣੇ ਆਣ ਹੀ ਨਹੀਂ ਦਿੰਦੇ ਨਾ। ਜਿਹਨੂੰ ਉਹ ਜਿਹੜਾ ਹੈ ਨਾ ਰਿੰਗ ਮਾਸਟਰ, ਉਹ ਰਿੰਗ ਮਾਸਟਰ ਜਿਹਨੂੰ ਕਹਿੰਦਾ ਕਿ ਅਬ ਫਲਾਂ ਜਮੂਰਾ ਆਓ, ਤਾਂ ਉਹ ਜਮੂਰਾ ਆਉਂਦਾ, ਹੋਰ ਦੂਜਾ ਜਮੂਰਾ ਨਹੀਂ ਆਉਣ ਦੀ ਹਿੰਮਤ ਕਰ ਸਕਦਾ। ਔਰ ਜਿਹੜਾ ਜਮੂਰਾ ਅਸਲੀ ਨੰਬਰ 1 ਹੈ, ਉਹਦੇ ਦੁਆਲੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ 30 ਗੈਰ ਪੰਜਾਬੀਆਂ ਦਾ ਦਾਇਰਾ ਕਰਤਾ ਗਿਆ ਕਿ ਤੂੰ ਕੱਪੜੇ ਵੀ ਇਹਨਾਂ ਨੂੰ ਪੁੱਛ ਕੇ ਪਾਣੇ ਆ, ਤੇ ਤੂੰ ਦੇਖਣਾ ਵੀ ਇਹਨਾਂ ਨੂੰ ਪੁੱਛ ਕੇ ਆ ਵੀ ਕਿੱਦਾਂ ਦੇਖਣਾ ਕੈਮਰੇ 'ਚ, ਕਿੱਦਾਂ ਸ਼ਕਲ ਨਹੀਂ ਬਣਾਉਣੀ, ਕਿੱਦਾਂ ਜਿਹੜੀ ਉਹਦੀ ਕੁਦਰਤੀ ਉਹਦੀ ਕਲਾ ਸੀ ਉਹ ਦਬਾਤੀ ਹੈ। ਮੈਂ ਕੱਲ ਕਿਹਾ ਸੀ ਨਾ ਕਿ ਉਹਨੂੰ ਕਹਿੰਦੇ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਂਗੂ ਸੀਰੀਅਸ ਨਜ਼ਰ ਆਉਣਾ ਚਾਹੀਦਾ, ਲੋਕਾਂ ਨੂੰ ਲੱਗੇ ਵੀ ਜ਼ਿੰਮੇਵਾਰ ਬੰਦਾ ਹੈ। ਤੇ ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਜਿਹੜੀ ਆਖਰੀ ਗੱਲ ਕੀਤੀ ਹੈ, ਉਹਨਾਂ ਨੇ ਖੁਦ ਮੈਨੂੰ ਦੱਸੀ ਹੈ, ਨਹੀਂ ਤਾਂ ਭਗਵੰਤ ਮਾਨ ਜੀ ਡਿਨਾਈ ਕਰਦੇ ਨੇ। ਉਹਨਾਂ ਕੋਲ ਕਾਲ ਡਿਟੇਲ ਪਈ ਹੈ। ਜਿਸ ਟਾਈਮ ਗੱਲ ਹੋਈ ਹੈ ਉਸ ਟਾਈਮ ਤੇ ਭਗਵੰਤ ਮਾਨ ਜੀ ਉਸ ਸਥਿਤੀ 'ਚ ਸੀਗੇ ਜਿਹਦੇ ਵਾਸਤੇ ਉਹ ਮਾਵਾਂ ਦੀਆਂ ਸਹੁੰਹਾਂ ਖਾ ਕੇ, ਆਪਣੀ ਮਾਤਾ ਜੀ ਦੀ ਸਹੁੰ ਖਾਧੀ ਸੀ ਉਹਨਾਂ ਨੇ ਕਿ ਮੈਂ ਇੱਦਾਂ ਨਹੀਂ ਕਰੂੰਗਾ। ਉਹ ਉਸੇ ਸਥਿਤੀ 'ਚ ਸੀਗੇ। ਇਹ ਗੱਲ ਉਹ ਡਿਨਾਈ ਕਰ ਦੇਣ ਕਿ ਗੱਲ ਨਹੀਂ ਹੋਈ, ਤੇ ਫਿਰ ਕਾਲ ਡਿਟੇਲ ਸਾਹਮਣੇ ਆ ਜਾਏਗੀ। ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ, ਚੰਡੀਗੜ੍ਹ ਦਾ ਵੀ ਉਹਨਾਂ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੈ। ਲੇਕਿਨ ਚੰਡੀਗੜ੍ਹ ਦੇ ਜਦੋਂ ਇਲੈਕਸ਼ਨ ਹੁੰਦੇ ਨੇ, ਇਲੈਕਸ਼ਨ ਤੋਂ ਬਾਅਦ ਜਦੋਂ ਰਿਜ਼ਲਟ ਦੀ ਵਾਰੀ ਆਉਂਦੀ ਹੈ, ਮੇਅਰ ਬਣਾਉਣ ਦੀ ਵਾਰੀ ਆਉਂਦੀ, ਤਾਂ ਰਾਘਵ ਚੱਡਾ ਇੱਕਦਮ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਆਮ ਤੌਰ ਤੇ ਦੇਖਿਆ ਗਿਆ ਜਦੋਂ ਰਾਘਵ ਚੱਡਾ ਦੀ ਪੀਸੀ ਹੁੰਦੀ ਹੈ, ਆਸ-ਪਾਸ ਦੋ ਸਰਦਾਰ ਜ਼ਰੂਰ ਬਿਠਾਏ ਜਾਂਦੇ, ਲੇਕਿਨ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਕੀ ਲੱਗਦਾ ਕਿ ਇਸ ਤਰੀਕੇ ਦਾ ਰਵੱਈਆ ਪੰਜਾਬੀਆਂ ਨਾਲ, ਸਰਦਾਰ ਨਾਲ ਕਿਉਂ ਕੀਤਾ ਜਾਂਦਾ ਹੈ? ਇਹਦੇ ਪਿੱਛੇ ਵੀ ਇਹੀ ਰਾਜ ਹੈ ਕਿ ਪੰਜਾਬੀ ਨਾ ਪੰਜਾਬੀਆਂ ਨੂੰ ਉਹ ਪਿੱਛੇ ਕਰਨਾ ਚਾਹੁੰਦੇ ਆ, ਆਸ-ਪਾਸ ਦੇ ਵਿੱਚੋਂ ਆ ਕੇ ਇੱਥੇ ਪੰਜਾਬ ਵਿੱਚ ਰਾਜ ਕਰਨਾ। ਜੀ ਦੇਖੋ, ਗੱਲ ਇਹ ਬੜਾ ਅਹਿਮ ਗੱਲ ਹੈ, ਇਹ ਬੜਾ ਇਟਸ ਅ ਵੈਰੀ ਇੰਪੋਰਟੈਂਟ ਕੁਐਸਚਨ ਕਿ ਤੁਸੀਂ ਪੰਜਾਬ 'ਚ ਇਲੈਕਸ਼ਨ ਲੜ ਰਹੇ ਹੋ, ਲੇਕਿਨ ਬੁਲਾਰਾ ਤੁਹਾਡਾ ਗੈਰ ਪੰਜਾਬੀ, ਮੁੱਖ ਬੁਲਾਰਾ। ਔਰ ਜਿਹੜਾ ਪੰਜਾਬ ਦਾ ਕਹਿਣ ਨੂੰ ਕਾਗਜ਼ਾਂ ਵਿੱਚ ਨਾਮ ਜਿਹੜਾ ਬਣਾਇਆ ਹੋਇਆ ਸੀ ਇੰਚਾਰਜ ਜਰਨੈਲ ਸਿੰਘ, ਉਹ ਪਤਾ ਨਹੀਂ ਕਿੰਨੇ ਕੁ ਮਹੀਨਿਆਂ ਬਾਅਦ ਅੱਜ ਉਹਦੀ ਸ਼ਕਲ ਨਜ਼ਰ ਆਈ ਹੈ ਟੀਵੀ ਉੱਤੇ। ਉਹਦੇ ਲਈ ਵੀ ਮੁਬਾਰਕਾਂ ਮੈਨੂੰ ਦੇਣ ਹੋ ਗਏ, ਮੈਂ ਉਹਨਾਂ ਦੀ ਮੇਰੇ ਕਹਿਣ ਕਰਕੇ ਉਹ ਆ ਗਏ। ਰਾਘਵ ਚੱਡਾ ਦਾ ਪੰਜਾਬ ਦੇ ਆਪ ਦੇ ਪੰਜਾਬੀਆਂ ਨੂੰ ਪਿੱਛੇ ਕਰਕੇ, ਈਵਨ ਜੇ ਰਾਘਵ ਚੱਡਾ ਭਗਵੰਤ ਮਾਨ ਨਾਲ ਬੈਠੇ ਹੁੰਦੇ ਆ ਤਾਂ ਭਗਵੰਤ ਮਾਨ ਜੀ ਦਾ ਚਿਹਰਾ ਦੇਖਿਆ ਕਰੋ ਤੁਸੀਂ, ਜਿੱਦਾਂ ਸਹਿਮੇ ਬੈਠੇ ਹੁੰਦੇ ਆ, ਇਸ ਤਰ੍ਹਾਂ ਬੈਠੇ ਹੁੰਦੇ ਆ। ਪਰ ਚਲੋ ਉਹ ਤਾਂ ਕੋਈ ਗੱਲ ਨਹੀਂ, ਉਹਨਾਂ ਦੀ ਨਿੱਜੀ ਜੋ ਉਹਨਾਂ ਨੂੰ ਡਰਦੇ ਨੇ, ਪਤਾ ਹੀ ਆਪਾਂ ਨੂੰ, ਜਿਹਨੂੰ ਇੰਨੇ ਤਾਂ ਉਹਨਾਂ ਦੀ ਕਦੇ ਹਿੰਮਤ ਨਹੀਂ। ਕਿਸੇ ਪੰਜਾਬੀ ਇਸ਼ੂ ਉੱਤੇ, ਕਿਸੇ ਸਿੱਖ ਇਸ਼ੂ ਉੱਤੇ ਕਦੇ ਰਾਘਵ ਚੱਡਾ ਬੋਲਿਆ? ਕਦੇ ਪੰਜਾਬੀ ਲੈਂਗੁਏਜ ਸਟੇਟਸ ਬਾਰੇ ਰਾਘਵ ਚੱਡਾ ਬੋਲਿਆ? ਮੈਨੂੰ ਸਿਰਫ ਇੰਨਾ ਹੀ ਦੱਸ ਦੇਵੇ ਰਾਘਵ ਚੱਡਾ ਵੀ ਤੇ ਭਗਵੰਤ, ਜਦੋਂ ਰਾਘਵ ਚੱਡਾ ਨੂੰ ਛੱਡੋ ਤਾਂ ਪੰਜਾਬੀ ਨਹੀਂ, ਮੈਂ ਉਹਦੇ ਨਾਲ ਕੀ ਸਵਾਲ ਕਰਨਾ ਹੈ ਨਾ, ਉਹਦਾ ਤਾਂ ਹੱਕ ਹੈ ਕਿ ਪੰਜਾਬੀ ਨੂੰ ਨਫ਼ਰਤ ਕਰੇ। ਲੇਕਿਨ ਭਗਵੰਤ ਮਾਨ
ਜਿਹਦੀ ਹੋਂਦ, ਜਿਹਨੂੰ ਪੰਜਾਬੀਆਂ ਨੇ ਪਹਿਚਾਣ ਜਿਹੜੀ ਦਿੱਤੀ ਸੀ, ਜਿੰਨੀ ਮਾਇਆ ਕਮਾਈ ਉਹ ਪੰਜਾਬੀ ਬੋਲੀ ਦੇ ਸਿਰ ਤੇ ਕਮਾਈ, ਤੇ ਪੰਜਾਬੀ ਬੋਲੀ ਨਾਲ ਤੇਰੀ ਪਾਰਟੀ ਆਹ ਕਰ ਰਹੀ ਹੈ, ਆਹ ਸਬੂਤ ਹੈ ਤੁਹਾਡੀ ਸਰਕਾਰ ਦੇ ਦਿੱਲੀ ਦੇ। ਤੇ ਭਗਵੰਤ ਮਾਨ ਜੀ, ਤੁਸੀਂ ਉਸ ਬੋਲੀ ਨੂੰ ਜ਼ਲੀਲ ਕਿਉਂ ਕਰਵਾ ਰਹੇ ਹੋ ਜਿਸ ਬੋਲੀ ਨੇ ਤੁਹਾਨੂੰ ਇੰਨਾ ਮਾਣ ਬਖਸ਼ਿਆ ਹੋਇਆ? ਇਹਦਾ ਜਵਾਬ ਭਗਵੰਤ ਮਾਨ ਨੂੰ ਦੇਣਾ ਚਾਹੀਦਾ, ਕੇਜਰੀਵਾਲ ਨੂੰ ਨਹੀਂ ਤੇ ਰਾਘਵ ਚੱਡਾ ਨੂੰ ਨਹੀਂ। ਔਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਰਾਘਵ ਚੱਡਾ ਨੂੰ ਮੋਹਰੇ ਕਿਉਂ ਕੀਤਾ ਹੋਇਆ, ਉਹ ਇਸ ਕਰਕੇ ਕੀਤਾ ਹੋਇਆ ਕਿ ਕਿਸੇ ਪੰਜਾਬੀ ਤੇ ਇਹਨਾਂ ਨੂੰ ਕੋਈ ਵਿਸ਼ਵਾਸ ਨਹੀਂ। ਤੁਹਾਨੂੰ ਤੁਸੀਂ ਦੇਖਿਆ ਹੋਵੇਗਾ ਜਿਹੜੀਆਂ ਪਿਛਲੀਆਂ ਇਲੈਕਸ਼ਨ ਸੀਗੀਆਂ ਉਹਦੇ 'ਚ ਮੋਹਰੀ ਕੌਣ ਸੀਗੇ? ਸੰਜੇ ਔਰ ਦੁਰਗੇਸ਼। ਸੰਜੇ ਔਰ ਦੁਰਗੇਸ਼ ਇੰਨੇ ਬਦਨਾਮ ਹੋਏ ਕਿ ਉਹਨਾਂ ਤੇ ਉਹ ਇਲਜ਼ਾਮ ਲੱਗੇ ਜਿਹੜੇ ਇੱਥੇ ਬੱਚੀਆਂ ਮੇਰੀਆਂ ਬੈਠੀਆਂ ਨੇ ਸਾਹਮਣੇ, ਮੈਂ ਗੱਲ ਨਹੀਂ ਕਰਨੀ ਚਾਹੁੰਦਾ ਉਹ, ਜਿੰਨੀ ਇਹਨਾਂ ਨੇ ਜ਼ਲਾਲਤ ਕੀਤੀ ਇੱਥੇ ਪੰਜਾਬ ਦੇ ਵਿੱਚ। ਕੱਲੇ ਕਰਪਸ਼ਨ ਦੀ ਨਹੀਂ, ਕੱਲੇ ਪੈਸੇ ਦੀ ਨਹੀਂ, ਹੋਰ ਵੀ ਇਹਨਾਂ ਦੇ ਮੋਰਲ ਕਰੈਕਟਰ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ। ਉਸ ਵੇਲੇ ਇਹਨਾਂ ਦੀ ਆਪਣੀ ਪਾਰਟੀ ਦੇ ਬੰਦਿਆਂ ਨੇ ਲਾਏ, ਪੰਜਾਬ ਦੀਆਂ ਬੇਟੀਆਂ ਨੇ ਲਾਏ। ਇਸ ਵਾਰੀ ਉਹਨਾਂ ਨੂੰ ਸੀਨ ਤੋਂ ਪਰੇ ਕਰਤਾ ਕਿਉਂਕਿ ਉਹ ਫਿਰ ਇੱਕਦਮ ਹੀ ਹੋਈ ਵਿਛਾੜ ਆਣੀ ਸੀ, ਤੇ ਇਸ ਵਾਰੀ ਉਹ ਮੁੰਡੂ ਲਿਆਂਦਾ ਜਿਹੜਾ ਰਾਘਵ ਚੱਡਾ। ਤੇ ਇਹ ਸਾਰੇ ਉਹ ਕੀ ਕਰ ਰਿਹਾ ਔਰ ਕਿੱਦਾਂ ਪੈਸੇ ਇਕੱਠੇ ਹੋ ਰਹੇ ਨੇ, ਕਿੱਦਾਂ ਟਿਕਟਾਂ ਵੇਚੀਆਂ ਗਈਆਂ ਨੇ, ਸਾਰੇ ਦੇਖੋ ਉਹਨਾਂ ਨੇ ਦੱਸਤਾ। ਵੈਸੇ ਉਹ ਇਹਨਾਂ ਦੇ ਅੱਛਾ, ਮੈਂ ਇੱਕ ਹੋਰ ਬੇਨਤੀ ਕਰਾਂ, ਇਹ ਕਰਦੇ ਕੀ ਨੇ, ਮਤਲਬ ਹਿਪੋਕ੍ਰਿਟਸ ਆਫ ਦਾ ਹਾਈਐਸਟ ਆਰਡਰ, ਯਾਨੀ ਕਿ ਮਤਲਬ ਉਹ ਕੀ ਕਹਿੰਦੇ ਹੁੰਦੇ, ਛਲਾਵਾ ਕਰਦੇ ਆ ਨਾ, ਕਿ ਉਹ ਰਾਜੇਵਾਲ ਸਾਹਿਬ ਨੇ ਇੱਕ ਉਹਨਾਂ ਦੀ ਪਾਰਟੀ ਬਣੀ ਜਿਹੜੀ ਵੀ ਹੈ, ਉਹਨਾਂ ਨੇ ਅਪਲਾਈ ਕੀਤਾ ਇਲੈਕਸ਼ਨ ਸਿੰਬਲ ਵਾਸਤੇ, ਉਹ ਕਹਿਤਾ ਕਿ ਇਹਨਾਂ ਨੂੰ ਮਿਲਣਾ ਨਹੀਂ ਚਾਹੀਦਾ। ਦੇਖੋ ਸਾਡੇ ਉਹਨਾਂ ਨਾਲ ਇਖਤਲਾਫਾਤ ਨੇ, ਸਾਡੀ ਵਿਰੋਧਤਾ ਹੈ ਉਹਨਾਂ ਨਾਲ, ਲੇਕਿਨ ਸਾਡੇ ਉਹ ਡਿਫਰੈਂਸਿਸ ਆਪਸ ਵਿੱਚ ਹੀ ਹੁੰਦੇ ਕਈ ਵਾਰੀ, ਲੇਕਿਨ ਉਹਨਾਂ ਦਾ ਚੋਣ ਲੜਨ ਦਾ ਹੱਕ ਇਹ ਮੈਂ ਕੌਣ ਹੁੰਦਾ ਡਿਸਾਈਡ ਕਰਨ ਵਾਲਾ? ਮੈਂ ਉਹਨਾਂ ਨੂੰ ਕਿਉਂ ਕਹਾਂ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਇਹਨਾਂ ਨੂੰ ਸਿੰਬਲ ਨਾ ਦਿਓ? ਇਹਨਾਂ ਨੇ ਕਿਹਾ, ਕਿਉਂ ਕਿਹਾ? ਹਾਲਾਂਕਿ ਕਹਿੰਦੇ ਮੈਂ ਕਿਸਾਨਾਂ ਦੇ ਹੱਕ 'ਚ ਹਾਂ। ਕਿਸਾਨਾਂ ਨਾਲ ਇੰਨੀ ਨਫ਼ਰਤ ਕਿ ਉਹਨਾਂ ਦੀ ਕੋਈ ਪਾਰਟੀ, ਸਾਡੇ ਨਾਲ ਉਹਦੇ ਡਿਫਰੈਂਸਿਸ ਹੋਣਗੇ ਅਲੱਗ ਗੱਲ, ਆਪਣੇ ਥਾਂ ਦਿੱਤੇ, ਲੇਕਿਨ ਅਸੀਂ ਕਦੇ ਨਹੀਂ ਇਹ ਕਹਿੰਦੇ ਕਿ ਇਹਨਾਂ ਨੂੰ ਇਲੈਕਸ਼ਨ ਸਿੰਬਲ ਨਾ ਦਿੱਤਾ ਜਾਏ, ਇਹਨਾਂ ਨੂੰ ਲੜਨ ਨਾ ਦਿੱਤਾ ਜਾਏ। ਉਹ ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਭਗਵੰਤ ਮਾਨ ਹੀ ਸਾਡਾ ਸ਼ੁਰੂ ਤੋਂ ਪਹਿਲੀ ਨੰਬਰ ਸੀ, ਚੋਇਸ ਸੀ, ਜਦ ਕਿ ਖੁਦ ਮੰਨੇ ਕਿ ਰਾਜੇਵਾਲ ਨਾਲ ਗੱਲਬਾਤ ਸਿਰਫ ਇਸ ਕਰਕੇ ਟੁੱਟੀ। ਇਹਨਾਂ ਨੇ ਤਾਂ ਇਲਜ਼ਾਮ ਇਹ ਲਾਤਾ ਕਿ ਜੋ ਸੀਟਾਂ ਜ਼ਿਆਦਾ ਮੰਗਦੇ ਸੀ। ਇਹਦਾ ਮਤਲਬ ਇਹ ਤਾਂ ਤੁਸੀਂ ਮੰਨ ਗਏ ਨਾ ਕਿ ਗੱਲਬਾਤ ਚੱਲ ਰਹੀ ਸੀ। ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਚੱਲ ਹੀ ਨਹੀਂ ਰਹੀ। ਪਹਿਲਾਂ ਤਾਂ ਇਹ ਵੀ ਕਹਿੰਦੇ ਸੀ ਨਾ ਕਿ ਭੁੱਲਰ ਸਾਹਿਬ ਦਾ ਜਿਹੜਾ ਕੇਸ ਆ ਉਹ ਤਾਂ ਦਿੱਲੀ ਸਰਕਾਰ ਨਾਲ ਉਹਦਾ ਕੋਈ ਸੰਬੰਧ ਹੀ ਨਹੀਂ, ਉਹ ਤਾਂ ਕੇਂਦਰ ਸਰਕਾਰ ਨਾਲ ਸੰਬੰਧ ਹੈ। ਹੁਣ ਇਹ ਮੰਨ ਗਏ ਕਿ ਉਹ ਕਮੇਟੀ ਹੈ, ਮੈਂ ਉਸਕੋ ਬੋਲ ਦੂੰਗਾ, ਜਿਸ ਕਮੇਟੀ ਦੇ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਜਾਰੀ ਕਰ ਚੁੱਕਾ ਕਿ ਉਹ ਫੈਸਲਾ ਕਰ ਚੁੱਕੀ ਹੈ। ਔਰ ਇਹਨਾਂ ਦਾ ਗ੍ਰਹਿ ਮੰਤਰੀ ਉਹਦਾ ਚੇਅਰਮੈਨ ਹੈ, ਇਹਨਾਂ ਦਾ ਸੈਕਟਰੀ ਜਿਹੜਾ ਮੈਂਬਰ ਸੈਕਟਰੀ ਆ ਉਹ ਵੀ ਦਿੱਲੀ ਸਰਕਾਰ ਦਾ ਹੈ। 7 ਚੋਂ 5 ਮੈਂਬਰ ਜਿਹੜੇ ਨੇ ਜਿਹਨੇ ਕਿ ਭੁੱਲਰ ਸਾਹਿਬ ਦੀ ਜਿਹੜੀ ਪਟੀਸ਼ਨ ਉਹਨੂੰ ਰਿਜੈਕਟ ਕੀਤਾ, ਉਹ ਦਿੱਲੀ ਸਰਕਾਰ ਦੇ ਨੇ। ਔਰ ਇਹਦੇ ਬਾਰੇ ਪੂਰੇ ਪੰਜਾਬੀਆਂ ਦੇ ਸਾਹਮਣੇ ਨੰਗਾ ਚਿੱਟਾ ਝੂਠ ਬੋਲਦਾ ਰਿਹਾ ਕੇਜਰੀਵਾਲ ਵੀ, ਭਗਵੰਤ ਮਾਨ ਵੀ, ਕਿ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਨਾਲ ਦਿੱਲੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਇਹੀ ਕਹਿੰਦੇ ਰਹੇ ਨਾ। ਹੁਣ ਖੁਦ ਮੰਨ ਗਏ ਕਿ ਹਾਂ ਹੈ, ਤੇ ਹੁਣ ਅਸੀਂ ਕਹਿ ਦਾਂਗੇ। ਹੁਣ ਕਿਉਂ ਕਹਿ ਦਾਂਗੇ ਤੁਹਾਨੂੰ ਦੱਸ ਦਿੰਦਾ। ਹੁਣ ਤਾਂ ਸਿਰਫ ਤੇ ਸਿਰਫ ਇਲੈਕਸ਼ਨ ਕਰਕੇ। ਤੇ ਬਾਕੀ ਵੀ ਜਿਹੜੇ ਬੰਦੇ ਦਿੱਲੀ ਦੇ ਵਿੱਚ ਸੰਸਕ੍ਰਿਤ ਤੋਂ ਚੌਥੇ ਨੰਬਰ ਤੇ ਪੰਜਾਬੀ ਟੀਚਰ ਰੱਖਦੇ ਆ, ਉਹ ਪੰਜਾਬੀ ਨਾਲ ਕਿੰਨਾ ਪਿਆਰ ਕਰਦੇ ਆ, ਇਹ ਸਾਨੂੰ ਭਗਵੰਤ ਮਾਨ ਜੀ ਹੀ ਦੱਸਣ ਤਾਂ ਬੈਟਰ ਹੋਏਗਾ। ਦੇਖੋ ਮੈਂ ਠੀਕ ਆ ਤੁਹਾਡੀ ਗੱਲ, ਸਿੱਖ ਜਥੇਬੰਦੀਆਂ ਨੂੰ ਜਿਹੜੀਆਂ ਕਿ ਹਰੇਕ ਮੁੱਦੇ ਦੇ ਉੱਤੇ ਇੱਦਾਂ ਕਰਦੀਆਂ ਨੇ, ਉਹਨਾਂ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਉਹਨਾਂ ਵੱਲੋਂ ਜਿਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਗਿਆ, ਜਿਨ੍ਹਾਂ ਮਾਰਸ਼ਲ ਸਪੋਰਟਸ ਨੂੰ, ਜਿਨ੍ਹਾਂ ਦਾ ਕੰਪੀਟੀਸ਼ਨ ਹਰ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਾਇਆ ਕਰਦੇ ਸੀ, ਆਪ ਦਰਸ਼ਕ ਬਣ ਕੇ ਬੈਠਦੇ ਸੀ ਉੱਥੇ। ਇਸ ਮਹਾਨ ਪਾਏ ਦਾ ਇੱਕ ਇਨਸਾਨ, ਉਹਨੇ ਮਾਰਸ਼ਲ ਸਪੋਰਟਸ ਨੂੰ ਇੰਨਾ ਆਸ਼ੀਰਵਾਦ ਦਿੱਤਾ, ਸਿਰ ਤੇ ਹੱਥ ਰੱਖਿਆ ਕਿ ਖੁਦ ਉੱਥੇ ਹਾਜ਼ਰ ਹੁੰਦੇ ਸੀਗੇ, ਖੁਦ ਦਰਸ਼ਕ ਬਣ ਕੇ ਦੇਖਦੇ ਸੀ। ਉਸ ਨਾਲ ਜਿਹੜਾ ਹੈਗਾ, ਔਰ ਹਰੇਕ ਗੁਰਪੁਰਬ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਜਦੋਂ ਵੀ ਆਪਾਂ ਉਹ ਕੱਢਦੇ ਹਾਂ ਜਿਹੜਾ ਕੀਰਤਨ ਆਪਾਂ ਜਿਹੜਾ ਕਰਦੇ ਹਾਂ, ਉਹਦੇ ਅੱਗੇ ਜਦੋਂ ਆਪਾਂ ਪ੍ਰੋਸੈਸ਼ਨ ਲਿਜਾਂਦੇ ਹਾਂ ਸਿੱਖੀ ਦੇ ਗੁਰਪੁਰਬ ਦੇ ਉੱਤੇ, ਉਹਦੇ ਅੱਗੇ ਆਪਣੇ ਨਿਹੰਗ ਸਿੰਘ ਜਾਂ ਹੋਰ ਸਿੰਘ ਵੀਰ, ਮੇਰੇ ਛੋਟੇ ਵੀਰ ਵਰਗੇ, ਹਰਵਿੰਦਰ ਸਿੰਘ ਹੋਣਾ ਵਰਗੇ, ਉਹ ਅੱਗੇ ਗੱਤਕਾ ਖੇਲਦੇ ਆਪਾਂ ਦੇਖਦੇ ਹਾਂ। ਲੇਕਿਨ ਦਿੱਲੀ ਵਿੱਚ ਇਹ ਅਲਾਉਡ ਨਹੀਂ ਹੈ। ਦਿੱਲੀ ਵਿੱਚ ਉਹਨੂੰ ਖੇਡ ਵੀ ਮੰਨਣ ਨੂੰ ਤਿਆਰ ਨਹੀਂ ਗੇ। ਮੈਂ ਭਗਵੰਤ ਮਾਨ ਨੂੰ ਪੁੱਛਦਾ ਵੀ ਇੰਨੀ ਨਫ਼ਰਤ ਕਿਉਂ ਆ? ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਇੱਥੇ ਪੰਜਾਬੀ
मतलब थोड़े पंजाबी की गल करने का खैर थोड़े कोई हौसला ही नहीं है, कोई सिक्खी का इशू थोड़ी गल करने का हौसला ही नहीं है, पंजाब के दरियाई पानियों बारे गल करने का हौसला नहीं है, पंजाब दियां होर। अच्छा मैं एक होर तुहानूं गल दसां, कई लोगों के मन च आंदा है, मैनूं किसी ने पूछा कि यार दरियाई पानियां ते चंडीगढ़ तो बहुत वड्डे मुद्दे ने, तो लेकिन ये की गल हुई कि गैर पंजाबी पंजाब च राज नहीं कर सकते। पहली गल तो गैर पंजाबी किते भी राज क्यों करन, या कोई भी गैर पंजाबी पंजाब च राज क्यों करे, या पंजाबी जिहड़ा बंदा है वो जाके किते होर उन्हां दी मर्जी के खिलाफ और उन्हें दा उत्थे शहरी ना होके उस कल्चर नूं नफरत करके उन्हां दी बोली नूं अपोज करके किद्दां उत्थे जा बढ़ सकदा, उत्थे बढ़न नहीं देणगे। मैं जाके जसदार सुखबीर सिंह बादल जां ईवन चन्नी साहब जां नवजोत सिद्धू जे तमिलनाडु जाके कहण के एक मौका नवजोत सिद्धू को या सुखबीर सिंह बादल को, वो दोबारा स्टेट च नहीं वड़न देणगे। पंजाबियों की गैरत नूं की हो गया, वो दसणगे पंजाबी हुण इलैक्शन वाले दिन पे साडी गैरत की है। एक चीज़, दूजी चीज़ जिहड़ी है वो है कि जिहड़ी रोज़ गल्लां भगवंत मान भी करता है कि नहीं इस तरह नहीं इस तरह आ, वो जिहड़े झूठ के पलंदे इन्हां दे सामने आ चुके ने पहलां ही, ਉਹਦੇ बारे मैं ये गल रिपीट कर लगा कि भगवंत मान पहला तो मैं कहता रहा नहीं भगवंत मान नहीं, वो बड़ा बहुत बड़ा बंदा है, पर मैं कहना ये गल ऐसी है कि भगवंत मान को खुद इसका जवाब देना चाहिए। साहिब को लेकर एक स्टेटमेंट दिया, उन्होंने किताब का दर्जा दे दिया, जबकि गुरु ग्रंथ साहिब को न सिर्फ सिख पंथ में बल्कि हर धर्म में गुरु का ही दर्जा प्राप्त है। उन्होंने उसकी तुलना एक किताब के साथ कर दी और वो सीधे तौर पे कह रहे हैं मुस्लिम्स को इकट्ठा करने के लिए कि देखिए सिख जैसे अपनी इस किताब की रक्षा करते हैं, आप लोग भी ऐसे ही इकट्ठे हो जाएं, जज्बा वैसा ही है। उन्हों का मोहम्मद मुस्तफा जी का संबंध मेरे ख्याल उस पार्टी नाल है। सॉरी से अगेन, अच्छा हिंदी में, अच्छा ठीक है। हाँ, वो जो पार्टी है, वो जो जिनका आप नाम ले रहे हैं मोहम्मद मुस्तफा जी का, उनका संबंध, जिन्होंने कहा कि गुरु ग्रंथ साहब महाराज जो हैं वो एक किताब हैं, अब इसके बारे में मतलब कुछ कहना भी मतलब मुझे उचित नहीं लगता, लेकिन उनका एक ऐसी पार्टी के साथ संबंध है जिन्होंने गुरु सचखंड श्री हरमंदिर साहब पर तोपों के साथ और टैंकों के साथ जब हमला किया, बाकी जो किया सो किया, लेकिन बहुत बड़ी तादाद में काउंटलेस स्वरूप श्री गुरु ग्रंथ साहब महाराज जी के उनको गोलियों से छल्ली किया था, और आज तक उसको ये बेअदबी नहीं मानते हैं, और आज तक इनके किसी आदमी की ये हिम्मत नहीं पड़ती है कि जगदीश टाइटर को पार्टी में बड़ा ओहदा देने के विरुद्ध कुछ बोले। तो इस पार्टी के इस आदमी का श्री गुरु ग्रंथ साहब महाराज, जिसको हम प्रगट गुरुओं की देह कहते हैं, उसका ये हर सिख के मन में उसकी ये स्थान है। तो उस पार्टी का एक अहम उनका जो लीडर है, उसको मोहम्मद मुस्तफा, उसका श्री गुरु ग्रंथ साहब महाराज प्रगट गुरुओं की देह को सिर्फ किताब कहना हैरानीजनक तो नहीं है, लेकिन शर्म वाली बात है। देखो ये बात यह है कि उस पार्टी के पंजाब में जो प्रधान हैं वो तो नवजोत सिंह सिद्धू हैं, उनको तो गुरु ग्रंथ साहब महाराज के बारे में सब पता है, बल्कि वो जब पॉलिटिकल एलिगेशन लाना होता है तब तो बहुत बड़ी बड़ी बातें करते हैं। अब उन्हीं का, अब ये नवजोत सिद्धू जी बतौर सिख ये बताएं कि उनके हिसाब से जो मोहम्मद मुस्तफा ने गुरु ग्रंथ साहब महाराज को, जिसको प्रगट गुरुओं की देह कहते हैं हम, जिसका जो रुतबा है वो गुरु का है, शब्द गुरु वो है, उसके बारे में उनकी पार्टी के एक इंपॉर्टेंट लीडर ने ये कहा है कि ये सिर्फ किताब है। उसके बारे में नवजोत सिद्धू जी का क्या कहना है, नवजोत सिद्धू जी बताएं। सर एक सवाल हो रहा है मेरा, डेरों के प्रभाव हमेशा से रहता है पंजाब चुनाव में, तो जितने डेरे हैं पंजाब के अलग अलग धर्मों से, तो इस बार जो दलित जो जुड़े हुए हैं बड़ी संख्या में कई डेरों से, उनको चन्नी साहब टारगेट करने की कोशिश कर रहे हैं, उनको अपने आप को प्रोजेक्ट कर रहे हैं कि मैं दलित सीएम हूँ और डेरे उनके साथ जुड़ जाएं। तो डेरों का कितना प्रभाव आप मानते हैं, क्योंकि आप भी पंजाब की राजनीति को इतने साल से देख रहे हैं, और क्या आपको लगता है कि इस बार जो डेरे हैं वो दलित सीएम फेस को देखते हुए चन्नी साहब के साथ जा सकते हैं? देखिए, जो अकाली दल को माना जाता है हमेशा से कि ये पंथक वैल्यूज़ के ऊपर चलने वाली पार्टी है, और पंथक वैल्यूज़ में एक बहुत बड़ी वैल्यू जो है वो ये है कि जिनको आप दलित कहते हैं,
गुरु गोविंद सिंह महाराज जी ने जब दिल्ली में हमारे नवे पातशाह श्री गुरु तेग बहादुर जी का बलिदान हुआ, तो उसके बाद जो एक दलित, या जिसको आप दलित कहते हैं, वो उनके एक गुरसिख ने जिस तरह से, जिस श्रद्धा से अपनी जान को जोखिम में डालकर जो किया था, उसके बाद गुरु साहब ने, दसम पातशाह ने उनको गले से लगाया था और कहा था, रंगरेटे गुरु के बेटे। और जब भी पंजाब में अकाली दल, जिसको श्रोमणी अकाली दल, जिसको कि हम पंथिक वैल्यूज के ऊपर चलने वाली पार्टी कहते हैं हमेशा, जब भी उनका बीएसपी के साथ समझौता हुआ है, जो कि जिसको आप दलित कहते हैं, उनको, वो मैं इसलिए कह रहा हूँ जिसको आप दलित कहते हैं, बिकॉज हम तो मानते हैं, हम तो जात पात में वैसे बिल्कुल खालसा पंथ का यकीन नहीं है, लेकिन सोशली अगर आप ऐसा समझें, तो जब भी अकाली दल का बीएसपी के साथ गठबंधन हुआ है, तो हमने इलेक्शंस को स्वीप किया है, सिर्फ जीते नहीं हैं। इस बार फिर वही गठबंधन है, इसलिए मुझे इसके बारे में और कुछ कहने की जरूरत नहीं है। डेरों का असर आपको लगता है कि डेरा वोट बैंक कोई असर डालेगा चुनाव में? मैं वोट बैंक्स में यकीन ही नहीं करता हूं। मैं कहता हूं कि जो भी पॉलिसीज, जो प्रोग्राम्स, या उसकी जो अपनी क्रेडिबिलिटी है, और प्रोग्राम्स भी वो देखने चाहिए कि जिस पार्टी ने इससे पहले जो प्रॉमिसेस या जो पॉलिसीज या प्रोग्राम्स दिए थे, कौन सी ऐसी पार्टी है जिसने जो कहा वो करके दिखाया। वो ही सिर्फ एक फैक्टर होना चाहिए, क्रेडिबिलिटी, उनका जो विश्वसनीयता जो है वो क्या है, उनको, उनके ऊपर कितना भरोसा किया जा सकता है। वो सिर्फ इस बात से पता चल सकता है कि जो उन्होंने पहले आज तक जो बातें की थी, उनको, उनके ऊपर जो कुछ किया वो विश्वास योग्य है या नहीं है। जैसे हमने कहा था कि चार मार्गी 6 मार्गी सड़कें बना देंगे, तब कहते थे ये गप्पे हाँक रहे हैं, कर दिया था। पावर सरप्लस स्टेट बना दी थी, इंटरनेशनल एयरपोर्ट बना दी थी, सचखंड श्री हरमंदिर साहब का चौगिरदे को रूहानी जलाओ हमने दिया था, और जितनी भी और बातें की थी। और ये देखना चाहिए कि जो पहले जो पार्टियां वादे करती रही, उनमें से पूरा किसने किया, सिर्फ यही होना चाहिए और कुछ नहीं। अच्छा, वैसा भी ये बताएं कि निर्णायक भूमिका डेरे निभा सकते हैं पंजाब के चुनाव में? मैंने तो कह दिया कि मेरे ख्याल से तो सिर्फ आदमी का और पार्टी का और किसी भी संस्था का एक ही आधार होना चाहिए, एक ही आधार होना चाहिए कि ये पास्ट में कितने सच्चे रहे हैं अपने वादों पर, बस। हमें उसको, हम फैक्टर ही नहीं मानते हैं कि कोई भी जो, मतलब ऐसी और बातें हम मानते हैं, एक ही फैक्टर है। मैं ये नहीं कह रहा कि उसको नहीं मानते, इसको नहीं मानते, वो नहीं कह रहा हूँ। मैं कह रहा हूँ हम एक ही फैक्टर मानते हैं, सभी जो सर्वदा भला और सभी जो हैं, गुरु गोविंद सिंह महाराज ने कहा था कि ना को बैरी ना है बेगाना, सगल संग हमको बनाई, सगल संग हमको बनाई, सभी उनके, और सभी को ये देखना चाहिए, सभी को, रिगार्डलेस ऑफ कास्ट और एवरीथिंग। सॉरी, कोई भी आपकी मदद करना चाहता है, आपको कोई एतराज नहीं, नकल करे अच्छी बातों में तो क्या, हमें क्या, नहीं, मदद तो हम सबू पंजाबियों से मांगते हैं, हर एक पंजाबी, एक पंजाबी से हम मदद मांगते हैं, एक पंजाबी से। लेकिन हम ये भी कहते हैं कि काम के आधार पर, जो काम किसने कहा वो किया, इसके आधार पर। अच्छा, ऑडियो वायरल हुआ, ऑडियो आ रहा है, लोगों से पूछा जा रहा है कांग्रेस के आपको कौन से मुख्यमंत्री चाहिए, चरणजीत सिंह चन्नी चाहिए या नवजोत सिंह सिद्धू चाहिए, लेकिन जो तीसरी बात है कि सुनील जाखड़ का नाम कहीं ना कहीं गायब हो गया, और आज उन्होंने कहा भी है वहां पे कि पीठ में उनकी छुरा घोंपा गया। देखिए, ये ड्रामेबाजी है। आज सर प्रकाश सिंह बादल जी का एक इंटरव्यू छपा है, जिनमें उन्होंने कहा है कि पंजाबी जो लोग हैं वो संजीदगी, गंभीरता मांगते हैं, ये नौटंकी नहीं। कि अब मुझे बताएं, ये टेलीफोन वाला कल्चर जो शुरू किया है कि 27, वो तो आपको भी पता है कि 27 लाख या 21 लाख जितने भी हैं वो एक फ़ोन में आ ही नहीं सकते। लेकिन ये जो ड्रामेबाजी है कि हम पूछ रहे हैं, हम ये कर, इसका मतलब ये हुआ, पहले तो 4.5 साल आप उस सरकार में बने रहे, तब आपको पता नहीं चला कि कौन अच्छा कौन बुरा। फिर आपको 6 महीने से ये सरकार चल रही है, अभी भी आपको पता नहीं है कि ये सरकार अच्छी है या बुरी है। लोगों से पूछ के देख लेते हैं कि ये अच्छा भी है कि बुरा है, आपको नहीं पता। इसका मतलब कि परफॉर्म किया कि नहीं किया। तीसरी बात जो बड़ी है वो ये है कि आज सुनील जाखड़ जी ने एक बात कही है। उन्होंने कहा कि जब ये बात फैसला करनी थी कि अमरिंदर सिंह की जगह किसको बनाया जाए, तब 42 जो MLAs हैं कांग्रेस के, उन्होंने सुनील जाखड़ जी का नाम लिया, और शायद 2 या 3 ने नवजोत सिद्धू जी का नाम लिया,
और शायद 6 या पता नहीं इतने कुछ इर्द गिर्द, मुझे एग्जैक्ट नंबर नहीं याद, लेकिन बहुत ही कम, मतलब वो उन्होंने चन्नी जी का नाम लिया, शायद 2 ने चन्नी जी का नाम लिया। तो कह रहे उसके बाद फिर हाईकमांड ने डिसाइड किया। इसका मतलब तब तो आपने लोक राय को इग्नोर किया, तब तो इग्नोर, जो लोक राय थी वो जाखड़ साहब के हक में थी, अगर जाखड़ साहब को यकीन किया जाए। जाखड़ जी का ये भी कहना है कि किसी कांग्रेस के नेता को अच्छा नहीं लगा कि जाखड़ साहब को आगे लाया जाए, तो क्या लगता है कि हिंदू को दरकिनार किया जा रहा है? देखो, जाखड़ साहब ने उस वक्त भी ये कही थी बात कि ये हिंदूज के साथ जो था वो इसलिए किया इन्होंने। अगर ऐसा हुआ है, अगर इस बात को ही आधार बनाया गया है, तो मैं समझता हूँ जो हम बात पहले कहते हैं कि कांग्रेस पार्टी जो है वो कम्युनल पोलराइजेशन के आधार पे चलती है, तो वो उन्होंने साबित कर दिया कि ये ऐसा ही है। और मैं आपको और बता दूं, ये जो सारा कुछ हो रहा है पंजाबी लैंग्वेज के साथ, आपने पूछा था क्यों कर रहे हैं, और गुरु गोविंद सिंह महाराज की जो मार्शल स्पोर्ट्स हैं उनको क्यों ये ऐसा कर रहे हैं, और ये पंजाबी साहित्य को क्यों जलील कर रहे हैं कि एक क्लार्क को, एक कैशियर को, जूनियर अकाउंटेंट को चेयरमैन लगा रहे हैं, जिसके साथ नाम जुड़े हुए हैं शिव बटालवी का, अमृता प्रीतम जी का, सुरजीत पात्र जैसे लोग, ऐसे लोगों के नाम जुड़े हुए हैं। वहाँ एक लगा दिया जिसको पंजाबी ना आती है, ना लिखता है, ना बात है, ना सिर्फ सरकारी एक कर्मचारी है, वो जो केजरीवाल के बहुत क्लोज है। इसके लिए पंजाबी अकेडमी का चेयरमैन लगा दिया गया उसको। तो इस सभी बातों से एक बात तो स्पष्ट होती है ना कि केजरीवाल पंजाब में कम्युनल पोलराइजेशन कर रहा है। दिल्ली शहरों में ये बता रहा है कि देखो मैं जो है अपना चेहरा दिखाता है कि मैं हिंदू हूँ, और उधर भगवंत मान गाँव में बताता है, मतलब उनके लिए गाँव में बताते हैं कि ये तो पंजाबी है। अब पंजाबी कैसे हो सकते हैं आप, अगर आप गुरु गोविंद सिंह महाराज की स्पोर्ट्स को, उनके मार्शल को, उनके कल्चर को आप नफरत करते हैं। और उनका जो अभियान चल रहा है एक मुक्का केजरीवाल को, उसके बारे में देखो, मैंने पहले भी पूछा है कि जो पंजाबियों को दिल्ली में क्या मौका दिया, ये बताएं। एक भी वजीर आपका पंजाबी नहीं है, सिख नहीं है, एक भी चेयरमैन पंजाबी नहीं है, सिख नहीं है, डायरेक्टर कोई पंजाबी नहीं है, सिख नहीं है, कोई ऑफिसर आपका, प्रिंसिपल सेक्रेटरी, चीफ सेक्रेटरी, होम सेक्रेटरी, फाइनेंस सेक्रेटरी, हेल्थ सेक्रेटरी, डेवलपमेंट सेक्रेटरी, कोई भी पंजाबी नहीं है, कोई भी सिख नहीं है। तो दिल्ली में पंजाबियों को मौके पर दरवाजा बंद कर रखा है, यहाँ क्या मौका मांग रहे हैं। गुरु ग्रंथ साहब पे उंगल चखते भी हो तो किताब कहता है भी करते हैं, ये कांग्रेस बार-बार क्यों कर रही है वोट पोलराइजेशन? देखो, कांग्रेस पार्टी के बारे में बहुत पहले से ही पता है कि ये कम्युनल पोलराइजेशन करती है, तो वो जो है वो देश के लिए ठीक नहीं है। पंजाब में अमन और भाईचारक सांझ सबसे नंबर 1 बात है। कोई भी तरक्की, कोई भी प्रोग्रेस, किसी भी आपको जो भी फील्ड होगा वो तभी होगा अगर यहाँ भाईचारक सांझ सभी धर्मों में। और मैं बताऊँ, पंजाब में ये जितनी मर्जी कोशिश कर ले, ये पंजाब में धार्मिक कट्टरपंथ नहीं ला पाएंगे, कट्टरता नहीं ला पाएंगे, नफरत नहीं फैला पाएंगे, क्योंकि पंजाब में हिंदू हों, सिख हों, मुसलमान हों, ईसाई हों, सब गुरुओं के नाम पे एक साथ हैं। हमारे लोग हरमंदिर साहब को भी सर्वोच्च मानते हैं, और वही माथा टेकने के बाद वही हिंदू वीर हमारे उधर भी जाते हैं, दुर्गाना टेम्पल भी जाते हैं। और हमने अकाली सरकार ने भी राम तीर्थ टेम्पल और दुर्गाना टेम्पल को ब्यूटिफिकेशन के लिए हंड्रेड्स ऑफ करोड़ ऑफ रुपीज, क्योंकि ये सर्व सांझीवालता का जो संदेश है। जी, मैं तो कहता हूं कि आम आदमी पार्टी और कांग्रेस पार्टी दोनों ऐसी पॉलिटिक्स करते हैं, ये पंजाब के अमन के लिए खतरा है। यस, इनको सख्त से सख्त सजा मिलनी चाहिए, क्योंकि ये लोगों के धार्मिक भावनाओं से खेलते हैं। अगर आपको किसी के धर्म के बारे में जानकारी नहीं तो उसके बारे में बोलना भी नहीं चाहिए। अगर आप बोल नहीं सकते तो और रिस्पेक्ट नहीं कर सकते तो उसके बारे में विरोध में आप बयान क्यों देते हो? सर, आपसे सवाल है मेरा, नवजोत सिंह सिद्धू आज वैष्णो देवी के दरबार पहुंच चुके हैं सर, अपने सारे प्रचार बंद करके। क्या लगता है कि जिस तरीके से मजीठिया साहब ने कहा कि एक ही सीट से चुनाव लड़ेंगे, तो उसके बाद कहीं ना कहीं भगवान का सहारा नहीं, वो कहीं भी जाएं उस पर तो हमारा कोई इतराज नहीं। हम पंजाबी जो हैं, पंजाबी लोग मेरे ख्याल में दुनिया में एक ऐसी, मैं तो कौम कहता हूं, पंजाबी कौम, दुनिया में एक पंजाबी कौम ऐसी है जो सभी धर्मों का, अपने धर्म का अपने हिसाब से करते हैं, लेकिन सभी धर्मों का पूरा सत्कार करते हैं। आपने कभी बाहरले देशों में आप जाएं, कनाडा में जाएं, इंग्लैंड में कहीं भी जाएं, यूके में, तो आप देखेंगे कि वहाँ के जो सिख पॉपुलेशन है, हमारी पंजाबी पॉपुलेशन है, किसी भी धर्म का हो,
वो उनके जो क्रिसमस में भी उतना ही हिस्सा लेते हैं, उतने ही प्यार से और शौक से लेते हैं जितना कि गुरपुरब में लेते हैं, जितना कि अभी हिंदू त्यौहार होते हैं, दिवाली होती है। अब दिवाली पंजाब में कौन नहीं मनाता, ठीक है ना, क्रिसमस कौन नहीं मनाता। ये जो पाड़ने की पॉलिटिक्स है ना, कि हिंदुओं को और सिखों को और ईसाइयों को और इनको मुसलमान को, इनको जिस सूबे में जिस यहाँ से ये कांग्रेस के लीडर आए हैं, एक ही जगह है दुनिया में, एक ही जगह दुनिया में जहाँ के गुरु की बख्शिश थी कि किसी का धर्म भी हो लेकिन यहाँ उसको सुरक्षा दी जाएगी। सर उनका नाम और एसोसिएशन और उनका डेजिग्नेशन बता दीजिए। इनका ਤੁਸੀਂ ਦੱਸਿਓ ਐਸੋਸੀਏਸ਼ਨ ਦਾ ਨਾਮ ਕੀ? मेरा नाम हरविंदर सिंह है। हरविंदर सिंह। हाँ जी, गतका कोच है और मैं नेशनल गतका एसोसिएशन का सपोर्ट थैंक यू सो मच, थैंक्स अ लॉट।